एक ओंकार सतनाम करता पुरख निर्भय निर्वैर अकाल मूरत अजूनी सैभं गुर प्रसाद जप आद सच जुगाद सच है भी सच नानक होसी भी सच हम अवगुण परे एक गुण नाही अमृत छाड़ विखै विख खाही माया मोह भरम पै भूली सुत दारा स्यो प्रीत लगाई एक उत्तम पंथ सुनियो गुर संगत तेह मिलंत जम त्रास मिटाई एक अरदास पाठ कीरत की गुरु रामदास राखो सरनाई एक अरदास पाठ कीरत की गुरु रामदास राखो सरनाई सतनाम श्री वाहिगुरु साहिब जी सलोक पावन गुरु पाणी पिता माता धरत महत दिवस रात दोए दाई दाया खेला सगल जगत पावन गुरु पाणी पिता माता तरत महत दिवस रात दोए दाई दाया खेला सगल जगत। वाहिगुरु जी का खालसा वाहिगुरु जी की फतेह। गरीब निवास सतगुरु महाराज खंडा ब्रह्मंडा दे मालक चवर छतर तख्तां उपर सुभाईमान दसां ही पातशाहियां दी आत्मिक जोत स्वरूप गुर शब्द दा अवतार धन सतगुरु श्री गुरु ग्रंथ साहिब महाराज जी दी अपार रहमत बख्शिश दा सदका अमृत वेले तो सुंदर दीवान सजे हन। सजे हुए दीवाना दे विच पंज बाणियां दे नितनेम श्री सुखमनी साहिब जी की बाणी ने पाठ अते श्री आसा जी की वार दे संपूर्ण कीर्तन होए। सतगुरु सच्चे पातशाह जी की मर्यादा अनुसार समा होया गुरबाणी की लड़ीवार कथा विचार दा। आओ जो सतगुरु पातशाह जी की अपार रहमत बख्शिश का सदका श्री जपजी साहिब जी की पावन पवित्र बाणी की कथा विचार चल रही है। सतगुरु पातशाह जी ने अपार रहमत बख्शिश की महाराज की कृपा सदका जपजी साहिब दियां सुमन पौड़ियां की कथा विचार सरवण की है। अंत जो सच्चे पातशाह ने इस श्लोक उचारण किया है। आओ अज आप सतगुरु पातशाह जी ने उचारे हुए इस मुखारविंद के श्लोक की विचार सरवण करके लाहा प्राप्त करिए। वैसे साध संगत गुरमत दे विच
ਸਤਿਗੁਰੂ ਪਾਤਸ਼ਾਹ ਜੀ ਨੇ ਜਪਜੀ ਸਾਹਿਬ ਦੀ ਬਾਣੀ ਨੂੰ ਬ੍ਰਹਮ ਗਿਆਨ ਦੀ ਦਾਤੀ ਵੀ ਕਿਹਾ ਹੈ। ਇਸ ਨੂੰ ਮਾਲਾ ਮੰਤਰ ਵੀ ਸੱਚੇ ਪਾਤਸ਼ਾਹ ਨੇ ਕਿਹਾ ਹੈ। ਸਾਰੇ ਗੁਰੂ ਗ੍ਰੰਥ ਸਾਹਿਬ ਸਤਿਗੁਰੂ ਪਾਤਸ਼ਾਹ ਜੀ ਦੀ ਬਾਣੀ ਦਾ ਸਾਰ ਅੰਸ਼ ਵੀ ਇਸ ਨੂੰ ਕਿਹਾ ਗਿਆ। ਮਹਾਰਾਜ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਵੇਲੇ ਸੰਗਤ ਨੇ, ਸਿੱਖਾਂ ਨੇ ਪੁੱਛਿਆ, ਸਤਿਗੁਰੂ ਜੀ, ਜੀਵ ਜਿਹੜੇ ਕਰਮਾਂ ਕਰਕੇ ਬੰਧਨਾਂ ਦੇ ਵਿੱਚ ਪੈ ਜਾਂਦਾ ਹੈ, ਸਤਿਗੁਰੂ ਪਾਪ ਪੁੰਨ ਨੂੰ ਤਾਰਨ ਵਾਲਾ ਬਣ ਜਾਂਦਾ ਹੈ, ਪਾਪ ਪੁੰਨ ਧਾਰ ਕਰਕੇ ਕਰਮਾਂ ਦੇ ਵਿੱਚ ਪੈ ਕਰਕੇ ਫਿਰ ਜੀਵਨ ਦਾ ਗੇੜਾ ਆਉਣਾ ਜਾਣਾ ਬਣਿਆ ਰਹਿੰਦਾ ਹੈ। ਮਹਾਰਾਜ ਉਹਨਾਂ ਬਾਰੇ ਸਮਝਾਓ। ਤੇ ਸਾਧ ਸੰਗਤ ਪਾਤਸ਼ਾਹ ਨੇ ਆਖਿਆ ਕਿ ਭਾਈ ਦਇਆ ਸਿੰਘ ਜੀ ਸਾਡੇ ਸਰੂਪ ਹੈ, ਇਹ ਤੁਹਾਨੂੰ ਕਰਮਾਂ ਦਾ ਨਿਰਣਾ ਜੋ ਵੀ ਵਿਦਾਤ ਅੰਸ਼ ਹੈ ਉਹ ਸਾਰਾ ਕੁਝ ਦੱਸਣਗੇ। ਉਸ ਵੇਲੇ ਸਾਧ ਸੰਗਤ ਜਦੋਂ ਦੱਸਦੇ ਭਾਈ ਦਇਆ ਸਿੰਘ ਜੀ ਨੇ ਵੇਦਾਂ ਦੇ 4 ਮੁੱਖ ਵਾਕ ਮਹਾਵਾਕਾਂ ਦਾ ਵਰਣਨ ਕੀਤਾ। ਪ੍ਰਾਗਿਆਮਾਨ ਆਨੰਦ, ਆਯੰ ਆਤਮਾ ਬ੍ਰਹਮ ਇਤਿਆਦਿਕ 4 ਜਿਹੜੇ ਮਹਾਵਾਕ ਵੇਦਾਂ ਦੇ ਵਿੱਚ ਹੈ। ਅਹੰ ਬ੍ਰਹਮ ਅਸਮੀ। ਵੈਸੇ ਮਹਾਂਪੁਰਖ ਬੜੀ ਜਗ੍ਹਾ ਕਥਨ ਕਰਕੇ ਦੱਸਦੇ ਹੈ ਕਿ 4 ਲੱਖ ਸ਼ਬਦ ਵੇਦਾਂ ਦੇ ਵਿੱਚ ਹੈ। ਉਹਨਾਂ 4 ਲੱਖ ਦੇ ਵਿੱਚੋਂ 4 ਇਹ ਮੁੱਖ ਵਾਕ ਮਹਾਵਾਕ ਸਮਝੇ ਗਏ ਉਹਨਾਂ ਵੱਲੋਂ। ਤੇ ਮਹਾਵਾਕ ਦਾ ਅਰਥ ਭਾਈ ਦਇਆ ਸਿੰਘ ਨੇ ਸੰਗਤ ਨੂੰ ਦੱਸਿਆ ਕਿ ਭਾਈ ਜਿਸ ਵਾਕ ਦੇ ਰਾਹੀਂ ਬ੍ਰਹਮ ਦੀ ਪ੍ਰਾਪਤੀ ਹੋਵੇ, ਜਿਸ ਵਾਕ ਰਾਹੀਂ ਪਰਮੇਸ਼ਰ ਦੀ ਪ੍ਰਾਪਤੀ ਹੋਵੇ, ਉਹਨੂੰ ਮਹਾਵਾਕ ਕਿਹਾ ਜਾਂਦਾ ਹੈ। ਐਸੇ ਕਹਿੰਦੇ 4 ਲੱਖ 4 ਵੇਦ ਰਚ ਕੇ 4 ਵੱਡੇ ਵਿਦਾਂਤੀਆਂ ਨੇ, ਉਹਨਾਂ ਵਿੱਚੋਂ ਸਿਰਫ 4 ਸਾਰ ਅੰਸ਼ ਮਹਾਵਾਕ ਕੱਢੇ। ਪਰ ਭਾਈ ਦਇਆ ਸਿੰਘ ਕਹਿੰਦੇ ਭਾਈ ਸਤਿਗੁਰਾਂ ਨੇ ਜਪਜੀ ਸਾਹਿਬ ਦੀ ਬਾਣੀ ਦੇ ਵਿੱਚ ਐਸੇ 4 ਮਹਾਵਾਕ ਦਰਜ ਕਰ ਦਿੱਤੇ। ਵੇਦਾਂ ਦੇ 4 ਦਰਜ ਕੀਤੇ ਹੈ। ਵੈਸੇ ਕਹਿੰਦੇ ਭਾਈ ਸਾਰੀ ਸਤਿਗੁਰਾਂ ਦੇ ਮੁਖਾਰਬਿੰਦ ਤੋਂ ਬਾਣੀ ਉਚਾਰੀ ਹੋਈ ਜਿਹੜੀ ਹੈ ਉਹ ਸਾਰੀ ਹੀ ਮਹਾਵਾਕ ਹੈ, ਕਿਉਂਕਿ ਅੱਖਰ ਅੱਖਰ ਦੇ ਨਾਲੋਂ ਬ੍ਰਹਮ ਦਾ, ਉਸ ਦੇ ਚੇਤਨ ਵਾਸ ਦਾ ਪਤਾ ਲੱਗਦਾ ਹੈ। ਹਰ ਇੱਕ ਅੱਖਰ ਤੋਂ ਸਤਿਗੁਰੂ ਪਾਤਸ਼ਾਹ ਜੀ ਦੇ ਸਰੂਪ ਦਾ ਅਧਿਐਨ ਹੁੰਦਾ, ਅਭਿਆਸ ਹੁੰਦਾ ਹੈ। ਜਿਵੇਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਵੇਲੇ ਇੱਕ ਆਨੰਦ ਨਾਮ ਦਾ ਸਿੱਖ ਹੋਇਆ। ਆਨੰਦ ਸਾਹਿਬ ਦੀ ਬਾਣੀ ਦੀ ਸੰਥਿਆ ਜਦੋਂ ਉਹਦੀ ਚੱਲਦੀ ਤੇ ਇੱਕੋ ਪੰਕਤੀ ਤੇ ਉਹ ਅੜ ਗਿਆ ਤੇ ਉੱਥੇ ਹੀ ਉਹਨੂੰ ਬ੍ਰਹਮ ਦੀ ਪ੍ਰਾਪਤੀ ਹੋ ਗਈ। ਇੱਕ ਪੌੜੀ ਜਦੋਂ ਆਨੰਦ ਸਾਹਿਬ ਦੀ ਉਹਨੇ ਪੜ੍ਹੀ ਕਿ ਜਿਹੜਾ ਸਾਰਾ ਪਰਿਵਾਰ ਦਾ ਮੋਹ ਹੈ, ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹੋ ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀ ਤੇਰਾ ਨਾਲੇ। ਇਸ ਪੌੜੀ ਨੂੰ ਪੜ੍ਹ ਕਰਕੇ ਉਹਨੂੰ ਪਰਮੇਸ਼ਰ ਦੀ ਪ੍ਰਾਪਤੀ ਦਾ ਧਿਆਨ ਹੋ ਗਿਆ। ਐਸਾ ਮਹਾਵਾਕ ਹਰ ਇੱਕ ਸ਼ਬਦ ਦੇ ਵਿੱਚੋਂ ਮਹਾਵਾਕ ਸਤਿਗੁਰਾਂ ਨੇ ਦਰਜ ਕੀਤਾ ਹੋਇਆ। ਸਤਿਗੁਰਾਂ ਦੇ ਅੱਖਰ ਅੱਖਰ ਬਾਣੀ ਦਾ ਮਹਾਵਾਕ ਹੈ। ਪਾਤਸ਼ਾਹ ਸਤਿਗੁਰਾਂ ਨੇ ਇਸ ਬਾਣੀ ਨੂੰ ਬ੍ਰਹਮ ਦੀ ਦਾਤੀ ਵੀ ਕਿਹਾ ਹੈ। ਇਤਿਆਦਿਕ ਸਤਿਗੁਰਾਂ ਨੇ ਜਪਜੀ ਸਾਹਿਬ ਦੇ ਪਾਠਾਂ ਦਾ ਵਿਸ਼ੇਸ਼ ਕਰਕੇ ਪਾਤਸ਼ਾਹ ਜੀ ਫਲ ਵੀ ਦੱਸਦੇ ਹੈ। ਭਾਈ ਦਇਆ ਸਿੰਘ ਜੀਆਂ ਨੇ ਵੀ ਦੱਸਿਆ ਹੈ। ਇੱਕ ਐਸਾ ਸਿੱਖ ਸਤਿਗੁਰੂ ਪੰਚਮ ਪਾਤਸ਼ਾਹ ਦੇ ਵੇਲੇ ਉਹਨਾਂ ਦਾ ਜੀਵਨ ਆਉਂਦਾ ਹੈ। ਕਹਿੰਦੇ ਜਦੋਂ ਤੱਕ 21 ਪਾਠ ਜਪਜੀ ਸਾਹਿਬ ਦੇ ਨਾ ਹੋ ਜਾਂਦੇ ਉਦੋਂ ਤੱਕ ਪਾਣੀ ਵੀ ਨਹੀਂ ਸੀ ਪੀਂਦੇ ਸਵੇਰ ਤੋਂ ਉੱਠ ਕਰਕੇ। ਐਸੀ ਇਹ ਬਾਣੀ ਹੈ ਜਿਨ੍ਹਾਂ ਬ੍ਰਹਮ ਗਿਆਨ ਪਰਉਪਕਾਰੀ ਜੀਵਾਂ ਨੂੰ ਬਣਾ ਦਿੱਤਾ ਹੈ। ਆਓ ਸੱਚੇ ਪਾਤਸ਼ਾਹ ਜੀ ਹੁਣ ਜਿਵੇਂ ਇਹ ਸਮਾਪਤੀ ਦਾ ਸ਼ਲੋਕ ਉਚਾਰਨ ਕਰ ਰਹੇ ਹੈ, ਸਰਵਣ ਕਰਕੇ ਹੋਰ ਵੀ ਲਾਹਾ ਪ੍ਰਾਪਤ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ। ਮਹਾਰਾਜ ਪਾਤਸ਼ਾਹ ਜੀ ਸ਼ਲੋਕ ਦੇ ਰਾਹੀਂ ਸਵੈ ਲੋਕ ਦੀ ਪ੍ਰਾਪਤੀ ਦਾ ਸਤਿਗੁਰੂ ਸ਼ਬਦ ਉਚਾਰਨ ਕਰਦੇ ਹਨ। 4 ਤਰ੍ਹਾਂ ਦੀ ਮੁਕਤੀ ਮੰਨੀ ਜਾਂਦੀ ਹੈ: ਸ਼ਲੋਕ, ਸਰੂਪ, ਸਮੀਪ ਤੇ ਸਜੋਜ ਜਾਂ ਕੇਵਲ। ਸ਼ਲੋਕ ਮੁਕਤੀ ਉਸ ਨੂੰ ਕਿਹਾ ਜਾਂਦਾ ਹੈ ਕਿ ਜਿਸ ਪਰਮੇਸ਼ਰ ਜਾਂ ਜਿਸ ਦੇਵਤੇ ਨੂੰ, ਜਿਸ ਇਸ਼ਟ ਨੂੰ ਧਿਆਈਏ ਉਸ ਦੇ ਲੋਕ ਦੀ ਪ੍ਰਾਪਤੀ ਹੋ ਜਾਣੀ। ਜਿਵੇਂ ਕਾਸ਼ੀ ਵਿੱਚ ਰਹਿਣ ਵਾਲੇ ਕਹਿੰਦੇ ਕਿ ਜੇਕਰ ਇੱਥੇ ਰਹਿ ਕਰਕੇ ਆਰੇ ਥੱਲੇ ਆਪਣਾ ਤਨ ਚਰਾ ਲਈਏ ਤੇ ਸ਼ਿਵ ਲੋਕ ਨੂੰ ਚਲੇ ਜਾਈਦਾ, ਸ਼ਿਵ ਦੀ ਪੁਰੀ ਵਿੱਚ ਚਲੇ ਜਾਈਦਾ। ਐਵੇਂ ਸਵੈ ਲੋਕ ਦੀ ਪ੍ਰਾਪਤੀ ਕਿਹੜੀ ਹੈ? ਜਿਹੜਾ ਸਵੈ ਨਿਜ ਸਰੂਪ ਹੈ ਉਸ ਦੇ ਲੋਕ ਦੀ ਪ੍ਰਾਪਤੀ ਹੋ ਜਾਣੀ। ਉਹ ਕੈਸਾ ਸਰੂਪ ਹੈ? ਤੇ ਪਾਤਸ਼ਾਹ ਕਹਿੰਦੇ ਬੇਗਮਪੁਰਾ ਸ਼ਹਿਰ ਕੋ ਨਾਓ, ਦੁਖ ਅੰਦੋਖ ਨਹੀਂ ਤਿਹ ਠਾਓ, ਨਾ ਤਸਵੀਸ ਖਿਰਾਜ ਨਾ ਮਾਲ, ਖੌਫ ਨਾ ਖਤਾ ਨਾ ਤਰਸ ਜਵਾਲ।
ਐਸਾ ਪਾਤਸ਼ਾਹ ਮਹਾਰਾਜ ਕਿ ਉਹਨਾਂ ਨੇ ਸਵੈ ਲੋਕ ਪ੍ਰਾਪਤ ਕੀਤਾ ਹੈ। ਆਪ ਮੋਹੇ ਵਤਨ ਗਹਿ ਪਾਈ, ਐਸਾ ਉਹਨਾਂ ਨੇ ਵਸਣ ਯੋਗ ਗਹਿ ਤੋਂ ਭਾਵ ਥਾਂ ਪ੍ਰਾਪਤ ਕਰ ਲਈ ਹੈ। ਤੇ ਸਰੂਪ ਮੁਕਤੀ ਕਿ ਉਸ ਦਾ ਨਾਮ ਜਪਦੇ ਹੋਏ ਉਸ ਦੇ ਵਿੱਚ ਹੀ ਸਰੂਪ ਉਸੇ ਦਾ ਹੀ ਬਣ ਜਾਣਾ। ਤੇ ਭਗਤ ਜੀ ਕਹਿੰਦੇ ਜਿਉਂ ਜਲ ਜਲ ਮਹਿ ਪੈਸ ਨਾ ਨਿਕਸੈ ਤਿਉਂ ਟੁਰ ਮਿਲਿਓ ਜਲਾਓ। ਜਿਵੇਂ ਕਹਿੰਦੇ ਜਲ ਵੱਡੇ ਪਾਣੀ ਦੇ ਸੋਮੇ ਵਿੱਚ ਪਾ ਦਈਏ ਜਾਂ ਦੋ ਜਲਾਂ ਨੂੰ ਰਲਾ ਦਈਏ ਤੇ ਉਹ ਫਿਰ ਉਹੋ ਹੀ ਜਲ ਵਾਪਸ ਨਹੀਂ ਨਾ ਨਿਕਲ ਸਕਦਾ। ਐਵੇਂ ਭਗਤ ਜਨ ਉਹਦਾ ਸਰੂਪ ਹੀ ਹੋ ਜਾਂਦੇ ਹੈ, ਸਰੂਪ ਮੁਕਤੀ ਦਾ ਆਨੰਦ ਮਾਣਦੇ ਹੈ। ਤੇ ਸਮੀਪ ਮੁਕਤੀ ਦਾ ਆਨੰਦ ਕਿਵੇਂ ਮਾਣਦੇ ਹੈ? ਤੇ ਭਗਤ ਕਹਿੰਦੇ ਜੈਸੇ ਪੁਰੈਨ ਪਾਤ ਰਹਿ ਜਲ ਸਮੀਪ, ਐਸੇ ਪੱਤੀਆਂ ਵਾਲੇ ਕੁਝ ਪੌਦੇ ਜਿਵੇਂ ਕਹਿੰਦੇ ਪਾਣੀ ਦੇ ਕੋਲ ਸਦਾ ਰਹਿੰਦੇ ਆ, ਪਾਣੀ ਤੋਂ ਬਿਨਾਂ ਮੁਰਝਾ ਜਾਂਦੇ ਆ। ਭੰਨ ਰਵਿਦਾਸ ਜਨਮੇ ਜਾਗੋਏ, ਉਹ ਜਿਹੜੇ ਭਗਤ ਹੈ ਕਹਿੰਦੇ ਇਸ ਤਰੀਕੇ ਨਾਲ ਭਗਤ ਰਵਿਦਾਸ ਜੀ ਕਹਿੰਦੇ ਜਗਤ ਦੇ ਉੱਪਰ ਜਨਮ ਧਾਰ ਕਰਕੇ ਆਏ ਆ, ਸਦਾ ਪਰਮੇਸ਼ਰ ਦੇ ਨਜ਼ਦੀਕ ਰਹਿਣ ਦਾ ਆਨੰਦ ਮਾਣਦੇ। ਤੇ ਫਿਰ ਜਿਹੜੀ ਅੰਤਲੀ ਸਜੁਜ ਜਾਂ ਕੈਵਲ ਮੁਕਤੀ ਹੈ, ਜਿਸ ਬਾਬਤ ਭਗਤ ਰਵਿਦਾਸ ਜੀ ਜਾਂ ਭਗਤ ਕਬੀਰ ਸਾਹਿਬ ਜੀ ਨੇ ਵਚਨ ਕੀਤੇ ਕਿ ਰਾਮ ਕਬੀਰਾ ਏਕ ਪਏ ਹੈ ਕੋਈ ਨਾ ਸਕੈ ਪਛਾਨੀ, ਜਾਂ ਕਹਿ ਕਬੀਰ ਹੋ ਰਾਮ ਕੀ ਅੰਸ਼, ਉਸ ਦੇ ਵਿੱਚ ਐਸੀ ਅਭੇਦਤਾ ਪ੍ਰਾਪਤ ਹੋ ਜਾਣੀ ਕਿ ਕੋਈ ਫਿਰ ਪਹਿਚਾਨ ਨਾ ਸਕੇ। ਤੇ ਭਗਤ ਕਹਿੰਦੇ ਹੁਣ ਭਾਈ ਕੋਈ ਜਾਣ ਨਹੀਂ ਸਕਦਾ ਕਿ ਕਬੀਰ ਵੱਖਰਾ ਹੈ ਤੇ ਬ੍ਰਹਮ ਵੱਖਰਾ ਹੈ, ਇੱਕੋ ਸਰੂਪ ਹੋ ਜਾਣਾ। ਐਸੀਆਂ ਮੁਕਤੀਆਂ ਸਤਿਗੁਰਾਂ ਨੇ ਆਪਣੀ ਜਪਜੀ ਸਾਹਿਬ ਦੀ ਬਾਣੀ ਦੇ ਵਿੱਚ ਹੀ ਦਰਜ ਕਰ ਦਿੱਤੀਆਂ। ਤੇ ਮਹਾਰਾਜ ਇੱਥੇ ਹੁਣ ਸਮਾਪਤੀ ਤੇ ਸਵੈ ਲੋਕ ਦੀ ਪ੍ਰਾਪਤੀ ਦਾ ਸ਼ਬਦ ਉਚਾਰਨ ਕਰਦੇ ਆ। ਸ਼ਲੋਕ ਨਾਮ ਛੰਦ ਦਾ ਵੀ ਹੈ, ਸ਼ਲੋਕ ਨਾਮ ਜਸ ਨੂੰ ਵੀ ਕਹਿੰਦੇ ਆ। ਤੇ ਸ਼ਲੋਕ ਸਹ ਤੋਂ ਭਾਵ ਸਵੈ ਜੋ ਆਪਣਾ ਆਪਾ ਹੈ, ਲੋਕ ਕਹੀਏ ਪ੍ਰਕਾਸ਼ ਨੂੰ ਜੋਤੀ ਨੂੰ, ਤੇ ਕਾ ਕਰਨ ਵਾਲਾ ਉਹ ਪਰਮਾਤਮਾ ਜਿਹੜਾ ਅੰਦਰ ਜੋਤੀ ਪ੍ਰਕਾਸ਼ ਕਰਨ ਵਾਲਾ ਹੈ, ਉਸ ਆਪਣੇ ਸਰੂਪ ਦੀ ਪ੍ਰਾਪਤੀ ਹੋ ਜਾਂਦੀ ਹੈ। ਐਸਾ ਸਤਿਗੁਰੂ ਜੀ ਇਹ ਗਿਆਨ ਬਖਸ਼ਿਸ਼ ਕਰ ਰਹੇ ਹਨ। ਪਾਵਨ ਗੁਰੂ ਮਹਾਰਾਜ ਪਾਤਸ਼ਾਹ ਕੀ ਭਾਈ ਉਹ ਜਿਹੜਾ ਜਦੋਂ ਸਿੱਧਾਂ ਦੇ ਨਾਲ ਚਰਚਾ ਹੋਈ ਸਤਿਗੁਰਾਂ ਦੀ, ਸਿੱਧਾਂ ਪੁੱਛਿਆ ਸਤਿਗੁਰੂ ਜੀ ਹੁਣ ਸਾਰਾ ਏਡਾ ਵੱਡਾ ਗਿਆਨ ਦੇ ਦਿੱਤਾ ਹੈ, ਮਹਾਰਾਜ ਜਗਤ ਦਾ ਗੁਰੂ ਕੌਣ ਹੈ, ਪਿਤਾ ਮਾਤਾ ਕੌਣ ਹੈ, ਫਿਰ ਮਹਾਰਾਜ ਦਾਈ ਦਾਇਆ ਕੌਣ ਨੇ ਜਗਤ ਦੇ? ਤੇ ਸੱਚੇ ਪਾਤਸ਼ਾਹ ਬਖਸ਼ਿਸ਼ ਕਰਕੇ ਦੱਸਦੇ ਆ ਮਹਾਰਾਜ ਕਹਿੰਦੇ ਪਵਨ ਜਿਹੜੀ ਹੈ ਨਾ ਉਹ ਗੁਰੂ ਹੈ ਜਗਤ ਦੀ। ਉਹ ਕਿਵੇਂ ਗੁਰੂ ਹੈ? ਜਿਵੇਂ ਪਵਨ ਤੋਂ ਬਿਨਾ, ਕਿਉਂਕਿ ਹਵਾ ਜਿਹੜੀ ਹੈ ਸਰੀਰ ਦੇ ਵਿੱਚ ਵੀ 10 ਤਰ੍ਹਾਂ ਦੀ ਦੱਸੀ ਜਾਂਦੀ ਹੈ, ਉਸ ਤੋਂ ਬਿਨਾ ਸਰੀਰ ਕੋਈ ਕੰਮ ਦਾ ਨਹੀਂ ਹੈ। ਸਾਹ ਲੈਣੀ ਹੈ ਉਹ ਵੀ ਹਵਾ ਕਰਕੇ ਲੈਣੀ ਹੈ, ਪ੍ਰਾਣਾ ਕਰਕੇ ਸਾਰੇ ਜੀਵ ਜਿਉਂਦੇ ਆ। ਇਸ ਕਰਕੇ ਕਹਿੰਦੇ ਪ੍ਰਾਣ ਜਿਹੜੀ ਹੈ ਸਵਾਸ ਰੂਪ ਹੋਣ ਕਰਕੇ ਉਹ ਭਾਈ ਸਾਰਿਆਂ ਦੇ ਗੁਰੂ ਹੈ। ਸਵਾਸ ਰੂਪ ਹੋਣ ਕਰਕੇ ਭਾਈ ਇਹ ਕੌਣ ਗੁਰੂ ਹੈ? ਪਾਣੀ ਪਿਤਾ। ਤੇ ਪਾਣੀ ਭਾਈ ਪਿਤਾ ਦੀ ਤਰ੍ਹਾਂ ਹੈ, ਜਿਵੇਂ ਪਿਤਾ ਹੈ ਉਹ ਆਪਣੇ ਬੱਚਿਆਂ ਨੂੰ ਪਾਲਦਾ ਹੈ, ਇਵੇਂ ਕਹਿੰਦੇ ਪਾਣੀ ਤੋਂ ਬਿਨਾਂ ਫਿਰ ਇਹ ਦੇਹੀ ਚੱਲ ਨਹੀਂ ਸਕਦੀ, ਪਾਣੀ ਹੀ ਇਸ ਨੂੰ ਪਾਲਦਾ। ਤੇ ਇਹ ਨਹੀਂ ਹੈ ਕੇਵਲ ਦੇਹੀ ਨੂੰ ਪਾਣੀ ਪਾਲ ਰਿਹਾ। ਤੇ ਪਾਤਸ਼ਾਹ ਕਹਿੰਦੇ ਤੋਇਓ ਅੰਨ ਕਮਾਦ ਕਮਾਹਾ ਤੋਇਓ ਤ੍ਰਿਭਵਨ ਗੰਨਾ। ਤੋਏ ਦਾ ਅਰਥ ਹੈ ਪਾਣੀ, ਪਾਣੀ ਕਰਕੇ ਕਹਿੰਦੇ ਜੇ ਸਾਰਾ ਕੁਝ ਪੈਦਾ ਹੁੰਦਾ, ਤਿੰਨਾਂ ਭਵਨਾਂ ਦੇ ਵਿੱਚ ਪਾਣੀ ਦੀ ਹੀ ਪੈਦਾਇਸ਼ ਹੈ। ਇਸ ਕਰਕੇ ਕਹਿੰਦੇ ਪਾਣੀ ਜਿਹੜਾ ਹੈ ਉਹ ਭਾਈ ਪਿਤਾ ਸਰੂਪ ਹੈ। ਮਾਤਾ ਧਰਤ ਮਹਤ। ਹਾਂਜੀ, ਮਾਤਾ ਪਾਤਸ਼ਾਹ ਕਹਿੰਦੇ ਭਾਈ ਧਰਤੀ ਹੈ, ਧੀਰਜ ਤਾਰੀ ਹੈ। ਜਿਵੇਂ ਮਾਤਾ ਜਗਤ ਦੇ ਵਿੱਚ ਹੈ, ਧੀਰਜ ਤਾਰੀ ਹੁੰਦੀ ਹੈ, ਬੱਚੇ ਦੀ ਹਰ ਇੱਕ ਜਿੱਦ ਪੂਰੀ ਕਰਦੀ ਹੈ। ਜੇਕਰ ਕੋਈ ਨਿਰਾਦਰ ਵੀ ਕਰੇ ਮਾਤਾ ਦਾ ਤੇ ਉਹ ਵੀ ਸਹਿਣ ਕਰ ਲੈਂਦੀ ਹੈ। ਇਸ ਤਰ੍ਹਾਂ ਕਹਿੰਦੇ ਧਰਤੀ ਦੀ ਤਰ੍ਹਾਂ ਉਹਦਾ ਧੀਰਜ ਤਾਰੀ ਸਰੂਪ ਹੁੰਦਾ ਹੈ। ਐਵੇਂ ਸੱਚੇ ਪਾਤਸ਼ਾਹ ਕਹਿੰਦੇ ਜਿਵੇਂ ਮਾਤਾ ਆਪਣੇ ਸੀਨੇ ਦੇ ਨਾਲ ਲਾ ਕਰਕੇ ਬੱਚਿਆਂ ਨੂੰ ਰੱਖਦੀ ਹੈ, ਉਹਨਾਂ ਉੱਪਰ ਕੋਈ ਕਸ਼ਟ ਨਹੀਂ ਆਉਣ ਦਿੰਦੀ, ਐਵੇਂ ਸਾਰਿਆਂ ਦੇ ਥੱਲੇ ਧਰਤੀ ਹੈ, ਆਪਣੀ ਉੱਪਰ ਸਾਰਿਆਂ ਨੂੰ ਤੁਰਨ ਦੇ ਰਹੀ ਹੈ, ਆਪਣੀ ਉੱਪਰ ਸਾਰਿਆਂ ਨੂੰ ਰੱਖ ਰਹੀ ਹੈ, ਸਾਰਿਆਂ ਦੇ ਘਰ ਇਸ ਧਰਤੀ ਤੇ ਬਣੀ ਹੈ। ਇਵੇਂ ਪਾਤਸ਼ਾਹ ਕਹਿੰਦੇ ਭਾਈ ਧਰਤੀ ਧੀਰਜ ਧਾਰੀ ਹੈ, ਐਸਾ ਇਸ ਦੇ ਵਿੱਚ ਧੀਰਜ ਹੈ। ਤੇ ਮਹੱਤ ਭਾਈ ਇਹ ਵੱਡੀ ਹੈ, ਮਾਤਾ ਧਰਤ ਮਹੱਤ ਇਹ ਵੱਡੀ ਹੈ ਤੇ ਇਹੋ ਹੀ ਮਾਤਾ ਸਰੂਪ ਹੈ। ਦਿਵਸ ਰਾਤ। ਦਿਵਸ ਤੇ ਰਾਤ ਇਹ ਦਿਨ ਰਾਤ ਜਿਹੜੇ ਹਨ ਦੋਏ ਦਾਈ ਦਾਇਆ। ਸਿੱਧਾ ਕਿਹਾ
ਕਿਹਾ ਸਤਿਗੁਰੂ ਪਾਤਸ਼ਾਹ ਜੀ, ਜਿਵੇਂ ਦਾਈ ਦਾਇਆ ਹੁੰਦੇ ਆ ਬੱਚਿਆਂ ਦੇ, ਜਦੋਂ ਪੈਦਾ ਹੁੰਦੇ ਆ ਉਹਨਾਂ ਦੀ ਪਰਵਰਿਸ਼ ਕਰਦੇ ਆ, ਪਾਲਦੇ ਆ, ਤੇ ਮਹਾਰਾਜ ਕਹਿੰਦੇ ਭਾਈ ਜਿਹੜਾ ਦਿਨ ਹੈ ਉਹ ਦਾਇਆ ਹੈ ਤੇ ਰਾਤ ਜਿਹੜੀ ਆ ਉਹ ਦਾਈ ਹੈ। ਜਿਵੇਂ ਦਾਈ ਬੱਚੇ ਨੂੰ ਖਿਲਾਰ ਕਰਕੇ ਉਹਨੂੰ ਸਵਾਉਂਦੀ ਹੈ, ਦਾਇਆ ਜਿਹੜਾ ਉਸਦੇ ਘਰ ਵਾਲਾ ਫਿਰ ਬੱਚੇ ਨੂੰ ਬਾਗਾਂ ਦੇ ਵਿੱਚ ਖਿਲਾਰ ਕਰਕੇ ਲਿਆਉਂਦਾ, ਉਸ ਨੂੰ ਘੁਮਾਉਂਦਾ ਫਿਰਾਉਂਦਾ। ਇਵੇਂ ਕਹਿੰਦੇ ਦਿਨ ਰੂਪੀ ਜਿਹੜਾ ਦਾਇਆ ਹੈ ਨਾ, ਉਹ ਜਗਤ ਰੂਪ ਬੱਚੇ ਨੂੰ, ਸਾਰੇ ਜੀਵਾਂ ਨੂੰ ਤੰਦਿਆਂ ਦੇ ਵਿੱਚ ਖਿਲਾ ਰਿਹਾ ਹੈ। ਜਿਵੇਂ ਬੱਚੇ ਨੂੰ ਘੁਮਾਉਣ ਜਾਏ ਤੇ ਉਹ ਬੱਚਾ ਫਿਰ ਜਦੋਂ ਸੈਰ ਕਰਾਈਏ ਤੇ ਖੁਸ਼ ਹੁੰਦਾ ਹੈ, ਇਵੇਂ ਕਹਿੰਦੇ ਦਿਨ ਜਿਹੜਾ ਹੈ, ਦਿਨ ਦਾਇਆ ਹੈ, ਜਦੋਂ ਉਹ ਜਗਤ ਨੂੰ ਖਿਲਾਉਂਦਾ ਨਾ ਤੰਦਿਆਂ ਦੇ ਵਿੱਚ, ਤੇ ਫਿਰ ਕਈ ਮਾਇਆ ਕਰਕੇ ਜੀਵ ਖੁਸ਼ ਹੁੰਦੇ ਹੈ। ਇਵੇਂ ਦਿਨ ਰੂਪੀ ਦਾਇਆ ਜਿਹੜਾ ਉਹ ਖਿਡਾਉਣ ਦੇ ਵਿੱਚ ਲੱਗਾ ਹੋਇਆ ਹੈ। ਤੇ ਫਿਰ ਰਾਤ ਰੂਪ ਜਿਹੜੀ ਦਾਈ ਹੈ, ਜਿਵੇਂ ਦਾਈ ਸੀਨੇ ਨਾਲ ਲਾ ਕੇ ਗੋਦ 'ਚ ਬਿਠਾ ਕਰਕੇ ਬੱਚੇ ਨੂੰ ਸਵਾਉਂਦੀ ਹੈ, ਇਵੇਂ ਕਹਿੰਦੇ ਫਿਰ ਰਾਤ ਵੇਲੇ ਦਾਈ ਰੂਪ ਜਿਹੜੀ ਰਾਤ ਹੈ ਉਹ ਫਿਰ ਜਗਤ ਦੇ ਜੀਵਾਂ ਨੂੰ ਆਰਾਮ ਦਿੰਦੀ ਹੈ, ਉਹਨਾਂ ਨੂੰ ਸਵਾਉਂਦੀ ਹੈ ਆਪਣੀ ਗੋਦ ਦੇ ਵਿੱਚ। ਖੇਲਾ ਸਗਲ ਜਗਤ, ਇਸ ਤਰੀਕੇ ਕਿੰਨੇ ਪਾਈਏ ਖੇਡ ਬਣੀ ਹੋਈ ਹੈ। ਜਿਵੇਂ ਬਾਦਸ਼ਾਹ ਮਹਾਰਾਜ ਨੇ ਕਿਹਾ ਸੀ ਕਿ ਮੈਂ ਹੂੰ ਪਰਮ ਪੁਰਖ ਕੋ ਦਾਸਾ, ਦੇਖਣ ਆਇਓ ਜਗਤ ਤਮਾਸ਼ਾ। ਐਸਾ ਖੇਡ ਤਮਾਸ਼ਾ ਪਾਤਸ਼ਾਹ ਕਹਿੰਦੇ ਅਸੀਂ ਵੇਖਣ ਆਏ ਹਾਂ। ਇਹ ਖੇਡ ਬਣੀ ਹੋਈ ਹੈ। ਚੰਗਿਆਈਆਂ ਬੁਰਿਆਈਆਂ, ਤੇ ਚੰਗਿਆਈਆਂ ਤੇ ਬੁਰਿਆਈਆਂ ਜਿਹੜੀਆਂ ਨੇ, ਸੱਚੇ ਪਾਤਸ਼ਾਹ ਨੂੰ ਫਿਰ ਸਿੱਧਾ ਨੇ ਪੁੱਛਿਆ, ਮਹਾਰਾਜ ਜੀ ਬੱਚਾ ਜਦੋਂ ਕੋਈ ਇਲਤ ਕਰੇ, ਮਹਾਰਾਜ ਗੱਲ ਨਾ ਮੰਨੇ ਜਦੋਂ, ਫਿਰ ਜਿਹੜੇ ਦਾਈ ਦਾਇਆ ਨੇ ਸਤਿਗੁਰੂ, ਉਹ ਫਿਰ ਉਹਦੇ ਮਾਤਾ ਪਿਤਾ ਨੂੰ ਜਾ ਕੇ ਉਹਦੀ ਸ਼ਿਕਾਇਤ ਵੀ ਲਾਉਂਦੇ ਆ ਕਿ ਬੱਚਾ ਇਹ ਖਾ ਨਹੀਂ ਰਿਹਾ, ਜਾਂ ਇਹ ਇਲਤ ਬੜੀ ਕਰ ਰਿਹਾ, ਜਾਂ ਇਹ ਗੱਲ ਨਹੀਂ ਮੰਨਦਾ। ਕਿ ਮਹਾਰਾਜ ਫਿਰ ਇਹ ਜਿਹੜੇ ਦਾਈ ਦਾਇਆ ਨੇ ਇਹ ਵੀ ਜਾ ਕਰਕੇ ਕਿਸੇ ਨੂੰ ਸ਼ਿਕਾਇਤ ਲਾਉਂਦੇ ਆ। ਇਹ ਕਿਹੜੀਆਂ ਸ਼ਿਕਾਇਤਾਂ ਲਾਉਂਦੇ ਆ, ਇਹ ਵੀ ਸਤਿਗੁਰੂ ਦੱਸੋ। ਤੇ ਪਾਤਸ਼ਾਹ ਕਹਿੰਦੇ ਭਾਈ ਜਿਹੜਾ ਤੇ ਮਨੁੱਖ ਚੰਗੇ ਕਰਮ ਕਰਦਾ, ਚੰਗਿਆਈਆਂ ਕਰਦਾ, ਇੱਕ ਤੇ ਉਹ ਹੈ, ਤੇ ਦੂਜਾ ਕਹਿੰਦੇ ਜਿਹੜਾ ਬੁਰਾਈਆਂ ਹੀ ਕਰਦਾ ਰਹਿੰਦਾ। ਇਹ ਦੋ ਪੱਖ ਜਿਹੜੇ ਹਨ। ਵਾਚੈ ਧਰਮ ਹਦੂਰ, ਹਾਂਜੀ ਹਦੂਰ ਕਹੀ ਹੈ ਹਜ਼ੂਰੀ, ਧਰਮ ਕੀ ਹੈ ਧਰਮ ਰਾਜ। ਧਰਮ ਰਾਜੇ ਦੀ ਹਜ਼ੂਰੀ ਦੇ ਵਿੱਚ ਇਹ ਫਿਰ ਵਾਚੈ ਤੋਂ ਪਾਵਕ ਕਹੇ ਜਾਂਦੇ ਨੇ। ਉੱਥੇ ਜਾ ਕਰਕੇ ਦਿਨ ਨੂੰ ਚਿੱਤਰ ਕਿਹਾ ਜਾਂਦਾ ਹੈ, ਰਾਤ ਨੂੰ ਗੁਪਤ ਕਿਹਾ ਜਾਂਦਾ ਹੈ। ਚਿੱਤਰ ਕਰਮ ਤੇ ਗੁਪਤ ਕਰਮ ਜਿਹੜੇ ਹਨ, ਚੰਗਿਆਈਆਂ ਤੇ ਬੁਰਾਈਆਂ ਜਿਹੜੀਆਂ ਨੇ, ਉਹ ਫਿਰ ਉਸ ਧਰਮ ਰਾਜੇ ਦੀ ਜਾ ਕਰਕੇ ਕਚਹਿਰੀ ਦੇ ਵਿੱਚ ਇਹ ਦੋਵੇਂ ਕਹਿ ਦਿੰਦੇ ਆ ਕਿ ਦਿਨ ਮੇਰੇ ਵੇਲੇ ਇਹਨੇ ਦਿਨ ਦੇ ਵਿੱਚ ਇਹ ਚੰਗਾ ਕਰਮ ਕੀਤਾ ਜਾਂ ਇਹ ਮਾੜਾ ਕਰਮ ਕੀਤਾ, ਤੇ ਰਾਤ ਗਵਾਹੀ ਭਰਦੀ ਹੈ ਕਿ ਮੇਰੇ ਵੇਲੇ ਦੇ ਵਿੱਚ ਇਸਨੇ ਇਹ ਚੰਗਾ ਕਰਮ ਕੀਤਾ ਜਾਂ ਇਹ ਬੁਰਾਈ ਕੀਤੀ ਹੈ। ਇਸ ਤਰੀਕੇ ਕਹਿੰਦੇ ਭਾਈ ਧਰਮ ਰਾਜੇ ਦੀ ਹਜ਼ੂਰੀ ਦੇ ਵਿੱਚ ਜਿਵੇਂ ਦਾਈ ਦਾਇਆ ਬੱਚਾ ਇਲਤੀ ਹੋਵੇ ਤੇ ਸ਼ਿਕਾਇਤ ਦੇ ਦਿੰਦੇ ਆ ਮਾਤਾ ਪਿਤਾ ਦੇ ਕੋਲ, ਇਉਂ ਹੀ ਕਹਿੰਦੇ ਇਹਨਾਂ ਦੇ ਚੰਗੇ ਮਾੜੇ ਕਰਮ ਜੀਵਾਂ ਦੇ ਧਰਮ ਰਾਜੇ ਦੀ ਕਚਹਿਰੀ ਦੇ ਵਿੱਚ ਵਾਚਿਆ ਤੋਂ ਭਾਵ ਕਹੇ ਜਾਂਦੇ ਹਨ। ਕਰਮੀ ਆਪੋ ਆਪਣੀ, ਤੇ ਜੀਵ ਆਪੋ ਆਪਣੀ ਕਰਮੀ ਕਰਕੇ, ਆਪਣੇ ਆਪਣੇ ਕਰਮਾਂ ਕਰਕੇ, ਕਿਸੇ ਦੀ ਕੋਈ ਭਾਵਨਾ ਦੇ ਨਾਲ ਕੋਈ ਕਰਮ ਕਰਦਾ ਹੈ, ਕੋਈ ਕਿਸੇ ਮਾੜੀ ਭਾਵਨਾ ਨਾਲ ਕਰਮ ਕਰਦਾ ਹੈ, ਨਿਖੇਧ ਕਰਮੀ ਬਣ ਜਾਂਦਾ ਹੈ। ਕੋਈ ਚੰਗੀ ਭਾਵਨਾ ਦੇ ਨਾਲ ਕਰਮ ਕਰਦਾ ਹੈ, ਕੋਈ ਆਪਣੇ ਪਾਪਾਂ ਨੂੰ ਹਟਾਉਣ ਦੇ ਲਈ ਪ੍ਰਾਸ਼ਚਿਤ ਕਰਮ ਕਰਦਾ ਹੈ। ਆਪੋ ਆਪਣੇ ਕਰਮਾਂ ਦੇ ਸਹਿਤ ਜਿਵੇਂ ਮਨੁੱਖ ਚੱਲਦੇ ਹਨ। ਕੇ ਨੇੜਾ ਕੇ ਦੂਰ, ਹਾਂਜੀ ਕਈ ਪਾਤਸ਼ਾਹ ਕਹਿੰਦੇ ਭਾਈ ਸਿੱਧੋ ਨੇੜੇ ਹੋ ਜਾਂਦੇ ਆ ਪਰਮੇਸ਼ਰ ਦੇ, ਤੇ ਕੇ ਦੂਰ ਕਈ ਪਾਤਸ਼ਾਹ ਮਹਾਰਾਜ ਤੋਂ ਦੂਰ ਜੂਨਾਂ ਦੇ ਵਿੱਚ ਫਿਰ ਭਟਕਦੇ ਆ, ਪਰਮੇਸ਼ਰ ਤੋਂ ਦੂਰ ਹੋ ਜਾਂਦੇ ਹਨ। ਜਿਨੀ ਨਾਮ ਧਿਆਇਆ, ਪਰ ਮਹਾਰਾਜ ਕਹਿੰਦੇ ਭਾਈ ਜਿਨ੍ਹਾਂ ਨੇ ਨਾਮ ਧਿਆਇਆ ਹੈ, ਤੇ ਸਤਿਗੁਰੂ ਕਹਿੰਦੇ ਉਹੋ ਹੀ ਨੇੜੇ ਹੈ। ਨੇੜੇ ਕਿਹੜੇ ਹੈ? ਜਿਨ੍ਹਾਂ ਨੇ ਭਾਈ ਨਾਮ ਧਿਆਇਆ, ਪਰਮੇਸ਼ਰ ਦੇ ਨਾਮ ਰੂਪੀ ਅੰਮ੍ਰਿਤ ਨੂੰ ਸਿੰਚਨਾ ਕੀਤਾ ਆਪਣੀ ਦੇਹੀ ਅੰਦਰ। ਗਏ ਮਸਕਤ ਕਾਲ, ਉਹੋ ਹੀ ਭਾਈ ਮਸਕਤ ਤੋਂ ਪਾਓ ਮਿਹਨਤਾਂ ਦੀ ਕਾਲ ਕਮਾਈ ਕਰਕੇ ਇਸ ਜਗਤ ਤੋਂ ਗਏ ਹੈ। ਜਗਤ ਤੋਂ ਉਹ ਪਰਲੋਕ ਦੇ ਵਿੱਚ ਗਏ, ਜਦੋਂ ਉੱਥੇ ਵੀ ਉਹਨਾਂ ਨੂੰ ਮਾਣ ਸਤਿਕਾਰ ਪ੍ਰਾਪਤ ਹੁੰਦਾ ਹੈ। ਉਹਨਾਂ ਭਾਈ ਚੰਗੀਆਂ ਮਸ਼ੱਕਤਾਂ ਕੱਲੀਆਂ ਹਨ। ਨਾਨਕ ਤੇ ਮੁਖ ਉਜਲੇ, ਫਿਰ ਐਸੇ ਜੀਵਾਂ ਦੇ ਸੱਚੇ ਪਾਤਸ਼ਾਹ ਕਹਿੰਦੇ ਭਾਈ ਮੁਖ ਜਿਹੜੇ ਆ ਨਾ ਉਹ ਉਜਲੇ ਹੋ ਜਾਂਦੇ ਆ। ਇਸ ਲੋਕ ਦੇ ਵਿੱਚ ਵੀ ਉਹ ਪ੍ਰਧਾਨ ਅਖਵਾਉਂਦੇ ਆ, ਅੱਗੇ ਪਰਲੋਕ ਦੇ ਵਿੱਚ ਵੀ ਉਹਨਾਂ ਦੇ ਮੁਖ ਉਜਲ ਰਹਿੰਦੇ, ਸਦਾ ਉਜਲੇ ਮੁਖ ਵਾਲੇ ਹੋ ਜਾਂਦੇ ਹਨ। ਕੀਤੀ ਛੁੱਟੀ ਨਾਲ, ਕੀਤੀ ਛੁੱਟੀ ਨਾਲ ਐਸੇ ਜੀਵਾਂ ਦੇ ਨਾਲ ਕਹਿੰਦੇ ਹੋਰ ਕਿੰਨਿਆਂ ਦੀ ਛੁੱਟੀ ਛੁਟਕਾਰਾ ਹੋ ਜਾਂਦਾ, ਜਿਨ੍ਹਾਂ ਦੇ ਨਾਲ
ਜਿਨ੍ਹਾਂ ਨੇ ਪਰਮੇਸ਼ਰ ਨੂੰ ਜਾਣ ਲਿਆ, ਉਜਲ ਮੁਖ ਵਾਲੇ ਜਿਹੜੇ ਹੋ ਗਏ ਆ, ਸਦਾ ਚਿਹਰੇ ਤੇ ਨੂਰ ਝਲਕਦਾ ਹੈ। ਐਸਿਆਂ ਦੀ ਸੰਗਤ ਜਦੋਂ ਕੀਤੀ ਸੰਸਾਰੀ ਪੁਰਖਾਂ ਨੇ ਤੇ ਪਾਤਸ਼ਾਹ ਕਹਿੰਦੇ ਹੋਰ ਪਤਾ ਹੀ ਨਹੀਂ ਕਿੰਨਿਆਂ ਦਾ ਉਹ ਛੁਟਕਾਰਾ ਕਰੀਏ ਇਸ ਜਗਤ ਮੋਹ ਤੋਂ। ਇਸ ਜਗਤ ਤੋਂ ਉਹਨਾਂ ਨੂੰ ਵੀ ਤਾਰ ਗਏ ਆ। ਤੇ ਮਹਾਰਾਜ ਦੀ ਬਾਣੀ ਦੀ ਆਪਾਂ ਵਿਚਾਰ ਸਰਵਣ ਕਰਕੇ ਆਏ ਆ ਤੇ ਸਤਿਗੁਰੂ ਕਹਿੰਦੇ ਮੰਨੈ ਤਰੈ ਤਾਰੇ ਗੁਰਸਿੱਖ। ਮੰਨਣ ਵਾਲਾ ਆਪ ਵੀ ਤਰਦਾ ਹੈ ਤੇ ਜਿਹੜੇ ਨਾਲ ਉਹਦੇ ਸੰਗੀ ਸਾਥੀ ਗੁਰਸਿੱਖ ਜੁੜ ਜਾਂਦੇ ਆ ਉਹਨਾਂ ਨੂੰ ਵੀ ਤਾਰ ਲੈਂਦਾ। ਜਾਂ ਮੰਨੈ ਪਰਿਵਾਰ ਸਾਧਾਰ, ਮੰਨਣ ਵਾਲਾ ਗੁਰੂ ਨੂੰ ਆਪਣੇ ਪਰਿਵਾਰ ਦਾ ਵੀ ਸੁਧਾਰ ਕਰ ਲੈਂਦਾ। ਜਿਵੇਂ ਉਦਾਹਰਨ ਸਤਿਗੁਰਾਂ ਨੇ ਦਿੱਤੀ ਬਾਣੀ ਵਿੱਚ ਕਿ ਪ੍ਰਹਿਲਾਦ ਜਨ ਕੀ 21 ਕੁਲ ਉਧਾਰੇ। ਕੇਵਲ ਭਗਤ ਪ੍ਰਹਿਲਾਦ ਨੇ ਨਾਮ ਜਪਿਆ, 21 ਕੁਲਾਂ ਉਸ ਭਗਤ ਦੀਆਂ ਸਤਿਗੁਰੂ ਪਾਤਸ਼ਾਹ ਜੀ ਨੇ ਤਾਰ ਦਿੱਤੀਆਂ। 21 ਕੁਲਾਂ ਦਾ ਉਹਨਾਂ ਦਾ ਉਧਾਰ ਕਰ ਦਿੱਤਾ। ਜਾਂ ਸਤਿਗੁਰੂ ਪਾਤਸ਼ਾਹ ਕਹਿੰਦੇ ਧੰਨ 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 ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ। ਐਸੇ ਜਨ ਜਿਨ੍ਹਾਂ ਦਾ ਆਉਣਾ ਕਹਿੰਦੇ ਧਨਤਾ ਜੋਗ ਹੈ, ਜਗਤ ਤੇ ਆਉਂਦੇ ਆ ਤੇ ਉਹਨਾਂ ਦੇ ਨਾਲ ਸਾਰਾ ਜਗਤ ਹੀ ਤਰ ਜਾਂਦਾ। ਇੱਕ ਨਾਮ ਜਪਣ ਵਾਲਾ ਉਹਦੇ ਨਾਲ ਜਿਹੜੇ ਜੁੜੀ ਜਾਂਦੇ ਆ ਉਹ ਸਾਰਿਆਂ ਦਾ ਹੀ ਉਧਾਰ ਕਰ ਦਿੰਦੇ ਆ। ਕੀਤੀ ਛੁੱਟੀ ਨਾਲ ਕਿੰਨਿਆਂ ਦੀ ਉਹਨਾਂ ਨਾਲ ਛੁੱਟੀ ਹੋ ਜਾਂਦੀ ਹੈ, ਛੁਟਕਾਰਾ ਹੋ ਜਾਂਦਾ ਹੈ। ਇਉਂ ਹੀ ਸਾਧ ਸੰਗਤ ਨੇ ਜਦੋਂ ਗੁਰੂ ਅੰਗਦ ਦੇ ਪਾਤਸ਼ਾਹ ਜੀ ਨੂੰ ਪੁੱਛਿਆ, ਕਹਿੰਦੇ ਮਹਾਰਾਜ ਜੀ ਗੁਰੂ ਨਾਨਕ ਦੇ ਪਾਤਸ਼ਾਹ ਜੀ ਦਾ ਸਰੂਪ ਕਿਸ ਤਰ੍ਹਾਂ ਦਾ ਸੀ, ਤੁਸੀਂ ਉਹਨਾਂ ਦੀ ਸੰਗਤ ਕੀਤੀ ਹੈ, ਕਿਵੇਂ ਦਾ ਉਹਨਾਂ ਦਾ ਸੁਭਾਅ ਵਿਹਾਰ ਬਿਰਧ ਸੀ। ਉਦੋਂ ਫਿਰ ਸਾਧ ਸੰਗਤ ਸੱਚੇ ਪਾਤਸ਼ਾਹ ਨੇ ਇਹੋ ਹੀ ਸ਼ਲੋਕ ਉਚਾਰ ਕਰਕੇ ਨਾ ਸੰਗਤ ਨੂੰ ਦੱਸਿਆ ਸੀ ਕਿ ਗੁਰੂ ਨਾਨਕ ਸਾਹਿਬ ਜੀ ਕਿਹੋ ਜਿਹੇ ਸੀ, ਸੱਚੇ ਪਾਤਸ਼ਾਹ ਦਾ ਸਰੂਪ ਕਿਸ ਤਰ੍ਹਾਂ ਦਾ ਸੀ, ਉਹਨਾਂ ਦਾ ਸੁਭਾਅ ਕਿਸ ਤਰ੍ਹਾਂ ਦਾ ਸੀ, ਕਿਵੇਂ ਸਿੱਖਾਂ ਦੇ ਨਾਲ ਉਹ ਵਰਤਦੇ ਸੀ। ਇਹ ਸ਼ਲੋਕ ਉਹਨਾਂ ਨੇ ਉਚਾਰਿਆ ਤੇ ਜਦੋਂ ਗੁਰਤਾ ਗੱਦੀ ਦੇ ਉੱਪਰ ਸਤਿਗੁਰੂ ਪਾਤਸ਼ਾਹ ਜੀ ਸੁਭਾਇਮਾਨ ਹੋਏ, ਉਦੋਂ ਫਿਰ ਪਾਤਸ਼ਾਹ ਨੇ ਮਾਝ ਦੀ ਵਾਰ ਦੇ ਵਿੱਚ ਇਹ ਸ਼ਲੋਕ ਉਚਾਰਨ ਕੀਤਾ। 4 ਭੇਦ ਉਹਦੇ ਵਿੱਚ ਰੱਖੇ ਉਹਨਾਂ ਨੇ। ਜਿਵੇਂ ਇਸ ਸ਼ਲੋਕ ਦੇ ਵਿੱਚ ਆਪਾਂ ਪੜ੍ਹਦੇ ਆ, ਪਾਵਨ ਗੁਰੂ ਪਾਣੀ ਪਿਤਾ, ਉੱਥੇ ਸੱਚੇ ਪਾਤਸ਼ਾਹ ਜੀ ਨੇ ਪੌਣ ਲਿਖਿਆ ਹੋਇਆ ਊੜੇ ਨਾਲ। ਦੂਜਾ ਉਹ ਇੱਥੇ ਪੜ੍ਹਦੇ ਆਪਾਂ ਵਾਚਾ ਤੇ ਉੱਥੇ ਸਤਿਗੁਰਾਂ ਨੇ ਵਾਚੇ ਲਿਖਿਆ ਹੋਇਆ। ਤੀਜਾ ਇੱਥੇ ਦਿਵਸ ਹੈ, ਉੱਥੇ ਦਿਨਸ ਹੈ। ਤੇ ਚੌਥਾ ਪਾਤਸ਼ਾਹ ਨੇ ਉੱਥੇ ਭੇਦ ਪਾਇਆ ਹੋਰ ਕੀਤੀ ਛੁੱਟੀ ਨਾਲ। ਕਿਉਂ ਸਤਿਗੁਰਾਂ ਨੇ ਫਿਰ ਜਦੋਂ ਗੁਰੂ ਨਾਨਕ ਸਾਹਿਬ ਦਾ ਸਰੂਪ ਦੱਸਿਆ, ਆਓ ਉਹ ਵੀ ਸਤਿਗੁਰਾਂ ਨੇ ਜਿਵੇਂ ਦੱਸਿਆ, ਮਹਾਂਪੁਰਖਾਂ ਜਿਵੇਂ ਕਥਨ ਕੀਤਾ, ਸਰਵਣ ਕਰੀਏ ਜੀ। ਸ਼ਲੋਕ ਪਾਵਨ ਗੁਰੂ ਪਾਣੀ ਪਿਤਾ। ਹਾਂਜੀ, ਕਹਿੰਦੇ ਉਹ ਜਿਹੜਾ ਗੁਰੂ ਨਾਨਕ ਸਾਹਿਬ ਹੈ ਭਾਈ ਸਾਧ ਸੰਗਤ ਜੀ, ਉਹ ਪਵਨ ਦੀ ਤਰ੍ਹਾਂ ਨੇ ਸੱਚੇ ਪਾਤਸ਼ਾਹ ਜੀ। ਜਿਵੇਂ ਪਵਨ ਹਵਾ ਚੱਲਦੀ ਹੈ, ਸਾਰਿਆਂ ਨੂੰ ਇੱਕ ਸਮਾਨ ਲੱਗਦੀ ਹੈ, ਸੁਗੰਧੀ ਵਾਲੀ ਹੁੰਦੀ ਹੈ, ਸ਼ੀਤਲ ਹੁੰਦੀ ਹੈ। ਇਉਂ ਕਹਿੰਦੇ ਸਤਿਗੁਰਾਂ ਦਾ ਸ਼ੀਤਲ ਸੁਭਾਅ ਸੀ, ਸੁਗੰਧੀਆਂ ਭਰਨ ਵਾਲੇ ਸੀ। ਜਿਵੇਂ ਪਾਤਸ਼ਾਹ ਜੀ ਮੁਲਤਾਨ ਵਿੱਚ ਗਏ ਤੇ ਪੀਰਾਂ ਨੇ ਕੀ ਸੋਚਿਆ, ਕਹਿੰਦੇ ਵੀ ਇਹਨਾਂ ਨੇ ਤੇ ਸਾਰਾ ਜਗਤ ਨਿਵਾ ਦਿੱਤਾ ਹੈ ਤੇ ਆਪਣੀ ਵੀ ਪ੍ਰਭਤਾ ਨੂੰ ਘਟਾ ਦੇਣਗੇ ਜੇ ਇੱਥੇ ਹੁਣ ਆ ਗਏ। ਜਿਹੜੇ ਕੁਝ ਕੁ ਲੋਕ ਆਪਣੇ ਨੂੰ ਮੰਨਦੇ ਆ, ਇਹ ਇੱਥੇ ਆ ਗਏ ਆ, ਹੁਣ ਸਾਡੀ ਪ੍ਰਭਤਾ ਘਟ ਜਾਣੀ ਹੈ, ਹੁਣ ਲੋਕਾਂ ਨੇ ਸਾਨੂੰ ਮੰਨਣੋਂ ਹਟ ਜਾਣਾ, ਇਹਨਾਂ ਨੂੰ ਮੰਨਣ ਲੱਗ ਜਾਣਾ। ਉਹਨਾਂ ਫਿਰ ਇੱਕ ਦੁੱਧ ਦਾ ਕਟੋਰਾ ਭਰ ਕਰਕੇ ਲਿਆਂਦਾ ਸੀ ਸਤਿਗੁਰੂ ਪਾਤਸ਼ਾਹ ਦੇ ਕੋਲ, ਤੇ ਮਹਾਰਾਜ ਨੇ ਆਪਣੇ ਬਗਲ ਦੇ ਵਿੱਚੋਂ ਸਤਿਗੁਰੂ ਪਾਤਸ਼ਾਹ ਜੀ ਨੇ ਚਮੇਲੀ ਦਾ ਫੁੱਲ ਉਸ ਕਟੋਰੇ ਦੇ ਉੱਪਰ ਤਰਨ ਲਾ ਦਿੱਤਾ, ਉਸ ਦੇ ਵਿੱਚ ਰੱਖ ਦਿੱਤਾ। ਭਾਵੇਂ ਭਾਈ ਮਰਦਾਨੇ ਨੇ ਕਿਹਾ ਕਿ ਮਹਾਰਾਜ ਇਹ ਤੇ ਛਕਣ ਲਈ ਲਿਆਏ ਸੀ, ਕਿੰਨੇ ਭਾਈ ਨਹੀਂ ਇਹ ਛਕਣ ਲਈ। ਇਹ ਆਖਦੇ ਸੀ ਕਿ ਇਹ ਜਿਹੜਾ ਮੁਲਤਾਨ ਹੈ ਇਹ ਅੱਗੇ ਪੀਰਾਂ ਦਾ ਗੜ੍ਹ ਹੈ, ਇੱਥੇ ਅੱਗੇ ਬੜੇ ਪੀਰ ਹੈ, ਹੋਰ ਇੱਥੇ ਸਮਾਉਣ ਲਈ ਹੈ। ਜਿਵੇਂ ਕਹਿੰਦੇ ਕਟੋਰਾ ਭਰ ਕੇ ਲਿਆਏ ਨਾ, ਕਿ ਹੁਣ ਇਸ ਦੇ ਵਿੱਚ ਇੱਕ ਬੂੰਦ ਵੀ ਹੋਰ ਨਹੀਂ ਸਮਾ ਸਕਦੀ। ਇਉਂ ਇਹ ਭਾਈ ਮਰਦਾਨਿਆ ਕਹਿੰਦੇ ਸੀ ਕਿ ਇੱਥੇ ਹੁਣ ਇੱਕ ਹੋਰ ਪੀਰ ਨਹੀਂ ਰਹਿ ਸਕਦਾ। ਪਰ ਸੱਚੇ ਪਾਤਸ਼ਾਹ ਨੇ ਚਮੇਲੀ ਦਾ ਫੁੱਲ ਤਾਰ ਕੇ ਸਾਰੇ ਦੁੱਧ ਦੇ ਵਿੱਚ ਸੁਗੰਧੀ ਭਰ ਦਿੱਤੀ। ਇਸ ਤਰ੍ਹਾਂ ਸਤਿਗੁਰੂ ਜੀ ਸੁਗੰਧੀਆਂ ਭਰਨ ਵਾਲੇ ਹਨ। ਇਸ ਤਰ੍ਹਾਂ ਦਾ ਸੱਚੇ ਪਾਤਸ਼ਾਹ ਕਹਿੰਦੇ ਭਾਈ ਗੁਰੂ ਨਾਨਕ ਸਾਹਿਬ ਜੀ ਦਾ ਸਰੂਪ ਹੈ। ਸਤਿਗੁਰੂ ਮਹਾਰਾਜ ਪੌਣ ਦੀ ਤਰ੍ਹਾਂ ਨੇ, ਸੁਗੰਧੀਆਂ ਭਰਨ ਵਾਲੇ ਹਨ। ਮਾਤਾ ਧਰਤ ਮਹਤ ਪਾਵਨ ਗੁਰੂ ਪਾਣੀ ਪਿਤਾ, ਪਾਣੀ ਦੀ ਤਰ੍ਹਾਂ ਸਤਿਗੁਰੂ ਪਾਤਸ਼ਾਹ ਨਿਰਮਲਤਾ ਬਖਸ਼ਣ ਕਰਨ ਵਾਲੇ ਆ, ਉਜਲ ਬਖਸ਼ਿਸ਼ ਕਰਨ ਵਾਲੇ ਆ ਗੁਰਸਿੱਖਾਂ ਨੂੰ। ਜਾਂ ਪਾਣੀ ਦੀ ਤਰ੍ਹਾਂ ਨਿਮਰਤਾ ਵਾਲਾ ਸਤਿਗੁਰੂ ਪਾਤਸ਼ਾਹ ਕਹਿੰਦੇ ਗੁਰੂ ਨਾਨਕ ਸਾਹਿਬ ਜੀ ਦਾ ਸੁਭਾਅ ਸੀ। ਪਾਣੀ ਵਿੱਚ ਕੀ ਨਿਮਰਤਾ ਹੈ, ਤੇ ਭਾਈ ਗੁਰਦਾਸ ਕਹਿੰਦੇ ਧਰਤੀ ਪੈਰਾਂ ਹੇਠ ਹੈ, ਧਰਤੀ ਹੇਠ ਵਸੰਦਾ ਪਾਣੀ, ਪਾਣੀ ਚੱਲੈ ਨਿਵਾਣ ਨੂੰ ਨਿਰਮਲ ਸ਼ੀਤਲ ਸੁਧ ਪ੍ਰਾਣੀ।
ਕਹਿੰਦੇ ਸੁਣਿਆ ਪੜ੍ਹਿਆ ਜਾਂਦਾ ਭਾਈ ਜਗਤ ਦੇ ਵਿੱਚ ਕਿ ਨਿਵਾਹ ਕਰਕੇ ਚੱਲਣਾ ਚਾਹੀਦਾ। ਧਰਤੀ ਦੇ ਕਹਿੰਦੇ ਸਦਾ ਹੀ ਪੈਰਾਂ ਦੇ ਥੱਲੇ ਹੈ ਤੇ ਉਹਦੇ ਤੋਂ ਵੱਡੀ ਕੋਈ ਨਿਮਰਤਾ ਵਾਲੀ ਜਾਂ ਉਸ ਤੋਂ ਵੱਡਾ ਕੋਈ ਨਿਮਰਤਾ ਨੂੰ ਧਾਰਨ ਕਰਨ ਵਾਲਾ ਨਹੀਂ ਹੈ। ਪਰ ਕਹਿੰਦੇ ਨਹੀਂ, ਉਸ ਤੋਂ ਵੀ ਥੱਲੇ ਕੁਝ ਹੈ। ਧਰਤੀ ਹੇਠ ਵਸੰਦਾ ਪਾਣੀ, ਪਾਣੀ ਧਰਤੀ ਤੋਂ ਵੀ ਥੱਲੇ ਆ, ਉਹਦੇ ਵਿੱਚ ਜ਼ਿਆਦਾ ਨਿਮਰਤਾ ਹੈ। ਤੇ ਕਹਿੰਦੇ ਪਾਣੀ ਚੱਲਾ ਨਿਵਾਨ ਨੂੰ, ਚੱਲਦਾ ਵੀ ਨੀਵੇਂ ਪਾਸੇ ਨੂੰ ਹੈ। ਇਹ ਨਹੀਂ ਕਿ ਉਚਾਈਆਂ ਨੂੰ ਚੜ੍ਹਦਾ ਹੈ, ਨਿਮਰਤਾ ਦੇ ਸਹਿਤ ਹੋ ਕਰਕੇ ਨਿਵਾਣੇ ਪਾਸੇ ਨੂੰ ਚੱਲਦਾ ਹੈ। ਨਿਵ ਕਰਕੇ ਚੱਲਦਾ ਵੀ ਨਿਰਮਲ ਹੈ, ਉਜਲ ਸ਼ੁੱਧ ਚੱਲਦਾ ਤੇ ਸ਼ੀਤਲ ਪ੍ਰਵਾਹ ਚੱਲਦਾ ਹੈ। ਇਵੇਂ ਸੱਚੇ ਪਾਤਸ਼ਾਹ ਦਾ ਗੁਰੂ ਅੰਗਦ ਦੇਵ ਪਾਤਸ਼ਾਹ ਨੇ ਕਿਹਾ ਕਿ ਭਾਈ ਸਾਧ ਸੰਗਤ ਜੀ, ਉਹਨਾਂ ਦਾ ਨਿਰਮਲ ਸੁਭਾਅ ਸੀ। ਬੜੀ ਸਤਿਗੁਰੂ ਪਾਤਸ਼ਾਹ ਦੇ ਵਿੱਚ ਭਾਈ ਨਿਮਰਤਾ ਸੀ। ਸੱਚੇ ਪਾਤਸ਼ਾਹ ਜੀ ਫਿਰ ਪਿਤਾ ਦੀ ਤਰ੍ਹਾਂ ਸੀ। ਮਹਾਰਾਜ ਨੇ ਜਿੱਥੇ ਵੀ ਗਏ ਆ ਪਿਤਾ ਦੀ ਤਰ੍ਹਾਂ ਭਟਕੇ ਹੋਏ ਸੀ, ਜਿਹੜੇ ਉਹਨਾਂ ਨੂੰ ਰਾਹੇ ਪਾਇਆ ਹੈ। ਤੇ ਭਾਵ ਸਮਰੱਥ ਦੇ ਕਰਤਾ ਨੇ ਆਖਿਆ, ਕਹਿੰਦੇ ਜਗਤ ਦੇ ਵਿੱਚ ਪਿੱਛੇ ਅਨੇਕਾਂ ਤਰ੍ਹਾਂ ਦੇ ਕੋਈ ਗੁਰੂ ਜਾਵੇ ਨਾ, ਕਿਸੇ ਕੋਲ ਉਪਦੇਸ਼ ਦੇਵੇ ਤੇ ਉਹਨੂੰ ਬੜੇ ਵੱਡੇ ਵੱਡੇ ਸਾਧਨ ਦੱਸ ਦਿੰਦਾ ਕਿ ਤੂੰ ਇੰਨੇ ਦਿਨ ਪੁੱਠਾ ਲਟਕ ਕਰਕੇ ਤਪੱਸਿਆ ਕਰ, ਤੈਨੂੰ ਫੇਰ ਮੈਂ ਉਪਦੇਸ਼ ਦਊਂਗਾ। ਤੂੰ ਐਵੇਂ ਦਾ ਕਰਮ ਕਰ, ਤੈਨੂੰ ਫੇਰ ਮੈਂ ਤਾਰਨ ਵਾਲਾ ਬਣ ਜਾਵਾਂਗਾ, ਤੈਨੂੰ ਮੈਂ ਉਪਦੇਸ਼ ਦਿਆਂਗਾ ਜਾਂ ਤੇਰਾ ਪਾਰ ਉਤਾਰਾ ਹੋ ਜਾਏਗਾ। ਪਰ ਜਦੋਂ ਕਹਿੰਦੇ ਗੁਰੂ ਨਾਨਕ ਸਾਹਿਬ ਜੀ ਨੇ ਅਵਤਾਰ ਤਾਰਿਆ, ਸਤਿਗੁਰੂ ਪਾਤਸ਼ਾਹ ਨੇ ਪਿਤਾਵਤ ਰੱਖਿਆ ਕੀਤੀ ਹੈ ਕਲਯੁਗ ਦੇ ਕੋਲੇ। ਤੇ ਉੱਥੇ ਭਾਵ ਸਮਰੱਥ ਦੇ ਕਰਤਾ ਦੱਸਦੇ ਆ, ਕਹਿੰਦੇ ਜਗ ਜੀਰਨ ਸਾਧਨ ਦੂਰ ਕਰੇ, ਦਿੜ ਸਾਧਨ ਰਾਮ ਹੈ ਨਾਮ ਬਿਤਾਏ। ਜਿਵੇਂ ਪਿਤਾ ਕਹਿੰਦੇ ਬੱਚਿਆਂ ਦੀ ਰੱਖਿਆ ਕਰਦਾ ਹੈ, ਐਵੇਂ ਕਲਯੁਗ ਦੇ ਕੋਲੋਂ ਰੱਖਿਆ ਕਰਨ ਦੇ ਲਈ ਜਗਤ ਦੇ ਜਿਹੜੇ ਜੀਰਨ ਤੋਂ ਭਾਵ ਪੁਰਾਣੇ ਸਾਧਨ ਸੀ, ਜਪ ਕਰਨਾ, ਤਪ ਕਰਨਾ, ਕਠਿਨ ਤਪੱਸਿਆ ਕਰਨੀ, ਗਰਮੀ ਦੇ ਵਿੱਚ ਅਗਨ ਲਗਾ ਕਰਕੇ ਉਸ ਦੇ ਵਿੱਚ ਆਪਣੇ ਸਰੀਰ ਨੂੰ ਤਪਾਉਣਾ, ਸਰਦੀ ਦੇ ਵਿੱਚ ਠੰਡੀ ਬਰਫ਼ ਦੀ ਸਿਲ ਤੇ ਬੈਠ ਕਰਕੇ ਤਪੱਸਿਆ ਕਰਨੀ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੇਕਰ ਐਸਾ ਤਪ ਸਹਿਨ ਕਰਨ ਦੇ ਨਾਲ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ, ਤੇ ਜਿਸ ਨੂੰ ਕੋਈ ਬੁਖਾਰ ਚੜ੍ਹਦਾ ਹੈ ਉਹਦੇ ਸਰੀਰ ਤੇ ਤਾਪ ਹੀ ਆ ਜਾਂਦਾ ਹੈ, ਉਹਨੂੰ ਪਰਮੇਸ਼ਰ ਦੀ ਪ੍ਰਾਪਤੀ ਕਿਉਂ ਨਾ ਹੋਏ। ਤਾਪ ਕੇ ਸਹਿ ਤੇ ਜੋ ਪੈ ਪਾਈਤ ਅਤਾਪ ਨਾਥ, ਤਾਪ ਨਾ ਅਧਿਕ ਤਨ ਕਾਇਲ ਸਹਿਤ ਹੈ। ਜਦੋਂ ਕਹਿੰਦੇ ਸਰੀਰ ਕਾਇਲ ਹੋ ਜਾਵੇ ਉਦੋਂ ਵੀ ਬੜਾ ਤਾਪ ਸਹਿਨ ਕਰਨਾ ਪੈਂਦਾ ਹੈ। ਇਵੇਂ ਸੱਚੇ ਪਾਤਸ਼ਾਹ ਨੇ ਇਹ ਸਾਰੇ ਜੀਰਨ ਸਾਧਨ ਸੇ, ਜਿਹੜੇ ਪੁਰਾਤਨ ਸਾਧਨ ਸੀ, ਜਿਹੜੇ ਪਰਮੇਸ਼ਰ ਦੇ ਮਿਲਾਪ ਲਈ, ਜਿਹੜੇ ਆਪਣੀ ਪ੍ਰਭਤਾ ਲਈ ਲੋਕਾਂ ਨੂੰ ਦਰਸਾਏ ਗਏ। ਕਿਸੇ ਨੇ ਕੋਈ ਕਠਿਨ ਜਪ ਦੱਸ ਦਿੱਤਾ ਤੇ ਮਹਾਰਾਜ ਕਹਿੰਦੇ ਜਾਪ ਕੇ ਕੀਏ ਤੇ ਜੋ ਪੈ ਪਾਈਤ ਜਾਪ ਦੇਵ, ਪੂਦਨਾ ਸਦੀਵ ਤੂੰ ਹੀ ਉਚਰਤ ਹੈ। ਜੇਕਰ ਜਾਪ ਤੇ ਕਰੇ ਤੇ ਕਹਿੰਦੇ ਉਸ ਪਰਮੇਸ਼ਰ ਦੀ ਪ੍ਰਾਪਤੀ ਹੋਵੇ। ਤੇ ਪੂਦਨਾ ਇੱਕ ਐਸਾ ਪੰਛੀ ਜਿਹੜਾ ਤੂੰ ਹੀ ਦੀ ਆਵਾਜ਼ ਹੀ ਕਰਦਾ। ਐਵੇਂ ਨਹੀਂ ਕਹਿੰਦੇ ਪਰਮੇਸ਼ਰ ਪਿਤਾ ਦੀ ਤਰ੍ਹਾਂ ਗੁਰੂ ਨਾਨਕ ਸਾਹਿਬ ਨੇ ਜਿਹੜੀ ਰੱਖਿਆ ਕੀਤੀ ਹੈ ਨਾ, ਉਹ ਕੋਈ ਨਹੀਂ ਕਰ ਸਕਿਆ। ਸਤਿਗੁਰੂ ਪਾਤਸ਼ਾਹ ਨੇ ਨਾਮ ਦਾ ਜਦੋਂ ਉਪਦੇਸ਼ ਦਿੱਤਾ, ਦਿੜ ਸਾਧਨ ਰਾਮ ਹੈ ਨਾਮ ਬਤਾਏ, ਕਿ ਭਾਈ ਪਰਮੇਸ਼ਰ ਦਾ ਨਾਮ ਹੀ ਰੱਖਿਆ ਕਰਨ ਵਾਲਾ ਹੈ, ਉਹ ਪਰਮੇਸ਼ਰ ਹੀ ਰੱਖਣ ਵਾਲਾ ਹੈ। ਤੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਭਾਈ ਪਿਤਾ ਦੀ ਤਰ੍ਹਾਂ ਸਤਿਗੁਰੂ ਸਨ, ਸਾਰੇ ਜਗਤ ਦੇ ਪਿਤਾ ਸਰੂਪ ਸੀ। ਮਾਤਾ ਧਰਤ ਮਹਤ, ਤੇ ਮਹਾਰਾਜ ਵਿੱਚ ਫਿਰ ਧਰਤੀ ਵਾਲਾ ਐਸਾ ਗੁਣ ਉਹ ਮਾਤਾ ਦੀ ਤਰ੍ਹਾਂ ਵੀ ਸੀ। ਤੀਰਜ ਧਾਰੀ ਸਤਿਗੁਰੂ ਪਾਤਸ਼ਾਹ ਜੀ, ਜਿਵੇਂ ਮਹਾਰਾਜ ਗੁਰੂ ਅਰਜਨ ਦੇਵ ਜੀ ਦੇ ਵਚਨ ਹੈ ਕਿ ਬ੍ਰਹਮ ਗਿਆਨੀ ਕਾ ਇਹ ਗੁਨਾਓ, ਜਾਂ ਜੋ ਵਸਦਾ ਕੋ ਖੋਦਾ ਕੋ ਚੰਦਨ ਲੇਪ। ਜਿਵੇਂ ਕਹਿੰਦੇ ਧਰਤੀ ਨੂੰ ਭਾਵੇਂ ਕੋਈ ਖੋਦੀ ਜਾਵੇ ਤੇ ਦੂਜਾ ਆਵੇ ਤੇ ਉਹ ਧਰਤੀ ਦੇ ਉੱਪਰ ਚੰਦਨ ਦਾ ਲੇਪ ਕਰ ਦੇਵੇ। ਲੇਪ ਕਰਨ ਵਾਲੇ ਦੇ ਨਾਲ ਖਾਸ ਕੋਈ ਪ੍ਰੇਮ ਨਹੀਂ, ਤੇ ਖੋਦਣ ਵਾਲੇ ਨੂੰ ਕਦੇ ਪਤਾਲ 'ਚ ਨਹੀਂ ਸੁੱਟ ਦਿੰਦੀ, ਕੋਈ ਭੇਦ ਭਾਵ ਨਹੀਂ ਹੈ। ਇਵੇਂ ਸੱਚੇ ਪਾਤਸ਼ਾਹ ਜੀ ਦਾ ਸਰੂਪ ਸੀ। ਗੁਰੂ ਅੰਗਦ ਦੇਵ ਪਾਤਸ਼ਾਹ ਕਹਿੰਦੇ ਜਦੋਂ ਸਤਿਗੁਰੂ ਜੀ ਹਬਸ਼ੀਆਂ ਦੇ ਦੇਸ਼ ਗਏ ਸੀ, ਉੱਥੇ ਕੋਈ ਰਾਜਾ ਲਾਜਵਰਦ ਜਿਹੜਾ ਸੀ, ਉਹ ਧੱਕੇ ਨਾਲ ਆਪਣੇ ਧਰਮ ਦੇ ਵਿੱਚ ਦੂਜਿਆਂ ਨੂੰ ਫੜ ਕਰਕੇ ਉਹਨਾਂ ਦਾ ਧਰਮ ਪਰਿਵਰਤਨ ਕਰਿਆ ਕਰਦਾ, ਬੜਾ ਜ਼ੁਲਮੀ ਸੀ। ਜਦੋਂ ਮਹਾਰਾਜ ਸਤਿਗੁਰੂ ਜੀ ਉੱਥੇ ਗਏ, ਉਹਨੇ ਵੇਖਿਆ ਕਿ ਇਹਦੀ ਪ੍ਰਭਤਾ ਬੜੀ ਵੱਧ ਰਹੀ ਹੈ, ਲੋਕ ਮੇਰੇ ਤੋਂ ਡਰਨਾ ਘਟ ਗਏ ਹੈ। ਉਸ ਨੇ ਕੀ ਕੀਤਾ, ਸਤਿਗੁਰੂ ਪਾਤਸ਼ਾਹ ਜੀ ਨੂੰ ਅੱਗ ਦੇ ਵਿੱਚ ਸਾੜਨ ਦੀ ਕੋਸ਼ਿਸ਼ ਕੀਤੀ। ਪਰ ਨਿਰੰਕਾਰ ਨੂੰ ਵੀ ਕੋਈ ਸਾੜ ਸਕਦਾ, ਅਸਫਲ ਰਿਹਾ। ਪਾਣੀ ਵਿੱਚ ਡੋਬਣ ਦੀ ਕੋਸ਼ਿਸ਼ ਕੀਤੀ, ਇਤਿਆਦਿਕ ਅਨੇਕਾਂ ਉਹਨੇ ਯਤਨ ਕੀਤੇ ਕਿ ਇਸ ਸਾਧੂ ਨੂੰ ਮਾਰ ਦਿਆਂ। ਪਰ ਮਹਾਰਾਜ ਕਹਿੰਦੇ ਭਾਈ ਉੱਥੇ ਕੀ ਹੋਇਆ ਕਿ ਉਹ ਤੱਤਾਂ ਨੇ ਆਪਣਾ ਪਰਿਵਰਤਨ ਕਰ ਲਿਆ। ਜੇਕਰ ਅੱਗ ਸਾੜਦੀ ਹੈ ਤੇ ਅੱਗ ਨੇ ਫਿਰ ਉੱਥੇ ਸ਼ੀਤਲਤਾ ਦੇਣੀ ਸ਼ੁਰੂ ਕਰ ਦਿੱਤੀ।
ਪਾਣੀ ਡੋਬਦਾ ਹਰ ਇੱਕ ਨੂੰ, ਪਰ ਕਹਿੰਦੇ ਪਾਣੀ ਨੇ ਸਤਿਗੁਰੂ ਪਾਤਸ਼ਾਹ ਜੀ ਨੂੰ ਤਾਰਨਾ ਸ਼ੁਰੂ ਕਰ ਦਿੱਤਾ, ਤੱਤਾਂ ਦਾ ਪਰਿਵਰਤਨ ਹੋ ਗਿਆ। ਫਿਰ ਜਦੋਂ ਸਾਰੀਆਂ ਕੋਸ਼ਿਸ਼ਾਂ ਕਰਕੇ ਉਹ ਲਾਜਾ ਲਾਜਵੰਦ ਹਾਰ ਗਿਆ, ਮਹਾਰਾਜ ਸਤਿਗੁਰਾਂ ਦੇ ਫਿਰ ਉਹ ਚਰਨੀ ਪਿਆ, ਉਹਨੇ ਮਾਫੀ ਮੰਗੀ। ਪਾਤਸ਼ਾਹ ਨੇ ਕੋਈ ਸਜ਼ਾ ਨਹੀਂ ਦਿੱਤੀ ਕਿ ਤੂੰ ਮੈਨੂੰ ਸਾੜਦਾ ਸੀ ਜਾਂ ਤੈਨੂੰ ਮੈਂ ਸ਼ਰਾਪ ਦਿੰਦਾ, ਜਿਵੇਂ ਅੱਗੇ ਰਿਖੀ ਜਨ ਮੁਨੀ ਜਨ ਵਿਸ਼ੇਸ਼ ਕਰ ਕਿਉਂ ਕਰਦੇ ਸੀ। ਕਿਸੇ ਨੇ ਕੁਝ ਥੋੜਾ ਜਿਹਾ ਕਹਿ ਦਿੱਤਾ ਤੇ ਉਹਨੂੰ ਸ਼ਰਾਪ ਦੇ ਦੇਣਾ। ਪਰ ਸੱਚੇ ਪਾਤਸ਼ਾਹ ਨੇ ਕੀ ਕਿਹਾ, ਮਹਾਰਾਜ ਨੇ ਪਾਈ ਜਾਂ ਅੱਜ ਤੋਂ ਚੰਗੇ ਕਰਮ ਕਰੀ, ਪਿੱਛੇ ਤੂੰ ਬਹੁਤ ਮਾੜੇ ਕਰਮ ਕਰ ਲਿਆ, ਇੱਕ ਛਿਨ ਵਿੱਚ ਤੇਰੇ ਅਸੀਂ ਸਾਰੇ ਮਾਫ ਕਰ ਦਿੱਤੇ। ਜਾਂ ਅੱਜ ਤੋਂ ਜਾ ਕਰਕੇ ਚੰਗੇ ਕਰਮ ਕਰਨੇ ਆ, ਕਿਸੇ ਦਾ ਧਰਮ ਪਰਿਵਰਤਨ ਨਹੀਂ ਕਰਨਾ। ਸਜ਼ਾ ਨਹੀਂ ਪਾਤਸ਼ਾਹ ਨੇ ਦਿੱਤੀ, ਸਗੋਂ ਉਸ ਦਾ ਵੀ ਉਧਾਰ ਕਰ ਦਿੱਤਾ। ਇਉਂ ਕਹਿੰਦੇ ਮਾਤਾ ਦੀ ਤਰ੍ਹਾਂ ਸੱਚੇ ਪਾਤਸ਼ਾਹ ਜੀ ਹੋਏ ਐ, ਸਤਿਗੁਰੂ ਪਾਤਸ਼ਾਹ ਧਰਤੀ ਦੀ ਤਰ੍ਹਾਂ ਧੀਰਜ ਤਾਰੀ ਹੋਏ ਐ। ਮਹਤਤ, ਮਹਤ ਦਾ ਅਰਥ ਮਹਾਂਪੁਰਖਾ ਸੰਧੀ ਛੇਦ ਕਰਕੇ ਕੀਤਾ ਹੈ। ਸੰਧੀ ਕਹਿ ਦਿੰਦੇ ਆ ਜਿਵੇਂ ਦੋਆਂ ਨੂੰ ਜੋੜ ਦੇਣਾ, ਸੰਧੀ ਕਰ ਦੇਣੀ, ਛੇਦ ਤੋਂ ਭਾਵ ਉਹਨਾਂ ਨੂੰ ਕੱਟ ਦੇਣਾ, ਵੱਖਰੇ ਕਰ ਦੇਣਾ। ਕਿਸੇ ਸ਼ਬਦ ਨੂੰ ਵੱਖਰਾ ਕਰਕੇ ਅਰਥ ਕਰਨਾ, ਉਹਨੂੰ ਸੰਧੀ ਛੇਦ ਅਰਥ ਕਹਿੰਦੇ ਆ। ਇਵੇਂ ਮਹਤਤ, ਇਹ ਮਹਤਤ ਨੂੰ ਆਕਾਸ਼ ਕਹਿੰਦੇ ਆ। ਜਿਵੇਂ ਕਹਿੰਦੇ ਆਕਾਸ਼ ਸਾਰਿਆਂ ਦੇ ਉੱਪਰ ਇੱਕੋ ਹੀ ਹੈ, ਸਾਰਿਆਂ ਦੇ ਉੱਪਰ ਹੈ, ਇੱਕ ਸਾਰ ਹੈ। ਇਹ ਸਤਿਗੁਰੂ ਪਾਤਸ਼ਾਹ ਜੀ ਦਾ ਕਿਰਪਾ ਰੂਪੀ ਹੱਥ ਪਾਈ ਸਾਰਿਆਂ ਦੇ ਉੱਪਰ ਹੈ। ਦਿਵਸ ਰਾਤ ਦੋਇ ਦਾਈ ਦਾਇਆ। ਫਿਰ ਸੱਚੇ ਪਾਤਸ਼ਾਹ ਕਹਿੰਦੇ ਭਾਈ ਦਾਈ ਦਾਇਆ ਦੀ ਤਰ੍ਹਾਂ ਆਪਣੇ ਗੁਰਸਿੱਖਾਂ ਦੀ ਪਾਲਣਾ ਕਰਨ ਵਾਲੇ ਵੀ। ਦਿਨ ਦੀ ਤਰ੍ਹਾਂ ਪਾਤਸ਼ਾਹ ਜੀ ਫਿਰ ਜਿਵੇਂ ਦਿਨ ਵੇਲੇ ਸੂਰਜ ਚੜ੍ਹਦਾ ਤੇ ਪ੍ਰਕਾਸ਼ ਹੋ ਜਾਂਦਾ, ਚਾਨਣਾ ਹੋ ਜਾਂਦਾ, ਇਉਂ ਸੱਚੇ ਪਾਤਸ਼ਾਹ ਜੀ ਦਿਨ ਦੀ ਤਰ੍ਹਾਂ ਪ੍ਰਕਾਸ਼ ਹੋਏ ਐ। ਜਿਵੇਂ ਭਾਈ ਗੁਰਦਾਸ ਜੀ ਨੇ ਕਿਹਾ ਕਿ ਜੋ ਕਰ ਸੂਰਜ ਨਿਕਲਿਆ, ਤਾਰੇ ਛਪੇ ਅੰਧੇਰ ਪਊਆ, ਸਤਿਗੁਰੂ ਨਾਨਕ ਪ੍ਰਗਟਿਆ। ਇਵੇਂ ਗੁਰੂ ਨਾਨਕ ਦੇ ਪਾਤਸ਼ਾਹ ਕਹਿੰਦੇ ਭਾਈ ऐसे ज्ञान दे सूरज होकर के उत्पन्न हुई है। ऐसा दिन सतगुरां ने गुरसिखां दे हिरदियां दे विच चढ़ा दिता है कि रात रूपी अविद्या जिहड़ी नींद सी, जिहड़ा अज्ञान सी, हनेरा सी, वो सतगुरां ने दूर कर दिता। इवें सतगुरा दिन की तरह ने रात दोए दो तरह दी जिहड़ियां रातां हुंदियां, एक मस्या दी रात, एक पुन्निया दी रात, हनेरी रात ते चाननी रात। सतगुरु सच्चे पातशाह जी ये दो रातां दी तरह दो समाधियां बख्शिश करने वाले हैं। दो तरह की साध संगत समाधि मनी जाती है, निर्विकल्प समाधि ते सकल्प समाधि। एक त्रिपटी कहा जाता है, ज्ञाता ज्ञान गे, ध्याता ध्यान ते प्रमाता प्रमाण पे, इनू त्रिपटी मन्निया जाता वेदांत दे विच। ज्ञाता कहंदे जिहड़ा परमेश्वर दे विच लगन वाला होवे, ते ज्ञान की है जिस द्वारा लगता है, ते गे वो जिहड़ा परमात्मा। इहों ही तिन्नां दा इन्हां दा अर्थ है। जिवें हुण संगत विच बैठे सारे ते कथा राहीं सारे जुड़ रहे हैं, ते जुड़ किस विच रहे हैं, परमेश्वर दे विच। ते जुड़न वाला कहे कि मैं इस कथा राहीं उस परमेश्वर विच जुड़ रही हां। तिन्नां नूं वखरा वखरा जाने, उहनूं सकल्प समाधि कहा जाता है। पर जिथे कहंदे कुछ भी ना रहे कि मैं भी ब्रह्म स्वरूप है, कथा भी ब्रह्म दी है, ते जुड़ना भी ब्रह्म दे विच ही है। कुछ वखरा जाने ही ना कि मैं भी ब्रह्म स्वरूप ही है, कथा भी ब्रह्म दी चल रही है जी, ते जुड़ना भी उसे ब्रह्म दे विच है। ब्रह्म तो बिना कुछ भी मन दे विच होवे ना, उहनूं निर्विकल्प समाधि कहा जाता है। जिवें कहंदे हनेरी रात विच कुछ भी नहीं हुंदा, सिर्फ हनेरा हुंदा, इक्को ही चीज़ हुंदी है। इवें सतगुरु निर्विकल्प समाधि लगाउण वाले ते गुरसिखां नूं बख्शिश करन वाले हैं। चानण पुन्निया दी रात, उस दे विच थोड़ा भेद होना, कोई वखरा जानना, पर है समाधि है। सकल्प समाधि सतगुरु जी गुरसिखां नूं बख्शिश करन वाले हैं। ऐसे सतगुरा जी का वड्डा स्वरूप है। खिला सगल जगत, ते फिर दिन स्वरूप हो करके गुरसिखां दे हिरदियां विच ये ज्ञान दे दिंदे हैं कि भाई गुरसिखो सारा जगत खेड खेल लिया। खेल है सगल जगत, सगल कहंदे सारे नूं। उन्हां नूं फिर ज्ञान हो जाता है। गुरु पातशाह उन्हां नूं ये ज्ञान देंदे सी। महाराज कहंदे भाई गुरसिखां नूं गुरु नानक साहिब जी ने ये ज्ञान दे दिता सी कि सारा जगत एक खेड ही खेड रहा है। सारा जगत भाई झूठी खेड ही खेड रहा है, इहदे विच रचो ना। ऐसा गुरु अंगद दे पातशाह कहंदे भाई गुरु नानक साहिब जी का स्वरूप सी। चंगे आईया बुरे आईया, हां जी, चंगे
ਚੰਗਿਆਈਆਂ ਤੇ ਬੁਰਾਈਆਂ ਜਿਹੜੀਆਂ ਸੀ, ਚੰਗੇ ਤੇ ਮਾੜੇ ਕਰਮ ਜਿਹੜੇ ਸਨ। ਵਾਚੈ ਧਰਮ ਹਦੂਰ। ਹਦੂਰ ਇਹਦੇ ਸਾਧ ਸੰਗਤ ਅਰਥ ਪਿੱਛੋਂ ਤੋਂ ਸ਼ੁਰੂ ਕਰੀਏ। ਗੁਰੂ ਨਾਨਕ ਦੇਵ ਜੀ ਦੀ ਹਦੂਰ ਹਜੂਰੀ ਦੇ ਵਿੱਚ ਸਤਿਗੁਰੂ ਪਾਤਸ਼ਾਹ ਜੀ ਵਾਚਾ ਤੋਂ ਭਾਵ ਕਹਿਣਾ, ਧਰਮ ਦਾ ਉਪਦੇਸ਼ ਸਤਿਗੁਰੂ ਜੀ ਸਦਾ ਹੀ ਗੁਰਸਿੱਖਾਂ ਨੂੰ ਕਹਿੰਦੇ ਸੀ ਆਪਣੀ ਹਜੂਰੀ ਦੇ ਵਿੱਚ ਬੁਲਾ ਕਰਕੇ ਕਿ ਭਾਈ ਇਹ ਕੰਮ ਚੰਗਿਆਈ ਵਾਲਾ, ਇਹਨੂੰ ਸਦਾ ਹੀ ਕਰਨਾ ਹੈ ਤੇ ਬੁਰਾਈਆਂ ਜਿਹੜੀਆਂ ਨੇ ਉਹਨਾਂ ਤੋਂ ਸਦਾ ਹੀ ਬਚ ਕੇ ਰਹਿਣਾ ਹੈ। ਇਸ ਤਰ੍ਹਾਂ ਦਾ ਉਪਦੇਸ਼ ਗੁਰੂ ਨਾਨਕ ਸਾਹਿਬ ਜੀ ਗੁਰੂ ਅੰਗਦ ਦੇ ਪਾਤਸ਼ਾਹ ਨੇ ਭਾਈ ਸਦਾ ਹੀ ਗੁਰਸਿੱਖਾਂ ਨੂੰ ਆਪਣੀ ਹਜੂਰੀ ਵਿੱਚ ਬਿਠਾ ਕੇ ਦਿੰਦੇ ਸੀ। ਜਾਂ ਚੰਗਿਆਈਆਂ ਭਾਈ ਚੰਗੇ ਕਰਮ ਸਦਾ ਕਰਨੇ ਆ, ਐਸਾ ਵਾਚਾ ਧਰਮ, ਐਸਾ ਧਰਮ ਦਾ ਉਪਦੇਸ਼ ਸਤਿਗੁਰੂ ਕਹਿੰਦੇ ਸਨ। ਤੇ ਬੁਰਾਈਆਂ ਵਾਚਾ, ਬੁਰਾਈਆਂ ਤੋਂ ਸਦਾ ਹੀ ਬਚ ਕੇ ਰਹੋ, ਐਸਾ ਗੁਰੂ ਨਾਨਕ ਦੇ ਪਾਤਸ਼ਾਹ ਜੀ ਉਪਦੇਸ਼ ਦਿੰਦੇ ਸਨ। ਕਰਮੀ ਆਪੋ ਆਪਣੀ, ਆਪੋ ਆਪਣੀ ਕਰਮੀ ਕਰਕੇ ਕੇ ਨੇੜਾ ਕੇ ਦੂਰ। ਗੁਰੂ ਅੰਗਦ ਦੇ ਪਾਤਸ਼ਾਹ ਕਹਿੰਦੇ ਭਾਈ ਕਈ ਸਤਿਗੁਰਾਂ ਦੇ ਨੇੜੇ ਸੀ, ਕਈ ਦੂਰ ਸੀ। ਇਹ ਤੋਂ ਭਾਵ ਇਹ ਨਹੀਂ ਹੈ ਕਿ ਮਾੜੇ ਕਰਮ ਵਾਲੇ ਦੂਰ ਸੀ, ਚੰਗੇ ਵਾਲੇ ਨੇੜੇ ਸੀ। ਕਰਮੀ ਕਹਿੰਦੇ ਬਸ ਸਤਿਗੁਰਾਂ ਨੇ ਆਪ ਕਈਆਂ ਨੂੰ ਲਾਇਆ ਸੀ। ਹੁਣ ਭਾਈ ਅੰਬਾਲਾ ਜੀ ਤੇ ਭਾਈ ਮਰਦਾਨਾ ਜੀ ਸਦਾ ਹੀ ਨੇੜੇ ਰਹੇ ਆ ਤੇ ਬਾਬਾ ਬੁੱਢਾ ਸਾਹਿਬ ਜੀ ਦੂਰ ਖੇਤਾਂ ਦੇ ਵਿੱਚ ਸਦਾ ਸੇਵਾ ਕਰਦੇ ਰਹੇ, ਦੂਰ ਰਹੇ ਆ ਪਰ ਹੈ ਮਨ ਕਰਕੇ ਉਹ ਵੀ ਨੇੜੇ ਸੀ। ਇਉਂ ਕਹਿੰਦੇ ਆਪੋ ਆਪਣੀ ਕਰਮੀ ਕਰਕੇ ਨਾ ਗੁਰੂ ਨਾਨਕ ਸਾਹਿਬ ਦੇ ਵੇਲੇ ਸਿੱਖ ਨੇੜੇ ਦੂਰ ਵੀ ਰਹਿੰਦੇ ਸੀ ਸਤਿਗੁਰਾਂ ਤੋਂ। ਭਾਈ ਬਾਲਾ ਮਰਦਾਨਾ ਸਦਾ ਨੇੜੇ ਰਹਿੰਦੇ, ਬਾਬਾ ਬੁੱਢਾ ਸਾਹਿਬ ਵਰਗੇ ਤੇ ਉਹ ਸੇਵਾ ਕਰਦੇ ਖੇਤਾਂ ਦੇ ਵਿੱਚ, ਪੈਲੀ ਦੇ ਵਿੱਚ, ਉਹ ਦੂਰ ਰਹਿੰਦੇ ਥੋੜਾ ਪਰ ਮਨ ਕਰਕੇ ਸਾਰੇ ਨੇੜੇ ਸੀ। ਇਸ ਦਾ ਅਰਥ ਇਉਂ ਮਹਾਂਪੁਰਸ਼ਾਂ ਦੱਸਿਆ ਕਿ ਗੁਰੂ ਅੰਗਦ ਦੇ ਪਾਤਸ਼ਾਹ ਜੀ ਨੇ ਸੰਗਤ ਨੂੰ ਇਸ ਤਰੀਕੇ ਨਾਲ ਗੁਰੂ ਨਾਨਕ ਸਾਹਿਬ ਦਾ ਸਰੂਪ ਦੱਸਿਆ ਸੀ। ਜਿਵੇਂ ਸਾਧ ਸੰਗਤ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਵੇਲੇ ਜਦੋਂ ਮਹਾਰਾਜ ਮਾਲਵੇ ਦੇ ਵਿੱਚ ਪ੍ਰਵੇਸ਼ ਕਰ ਗਏ ਐ, ਪਹਿਰੇਦਾਰ ਸਿੱਖ ਜਦੋਂ ਇੱਕ ਰਾਤ ਖੜੇ ਐ ਤੇ ਉਸ ਨਗਰ ਦੇ ਵਿੱਚ ਰਾਸ ਧਾਰੀਆਂ ਆਉਣਾ ਸੀ, ਖੇਡ ਪੈਣੀ ਸੀ। ਸਿੱਖਾਂ ਦਾ ਮਨ ਕੀਤਾ ਕਿ ਸਤਿਗੁਰੂ ਪਾਤਸ਼ਾਹ ਵਿਰਾਜਮਾਨ ਹੋ ਗਏ ਆ, ਹੁਣ ਆਪਾਂ ਜਾ ਕੇ ਖੇਡ ਵੇਖ ਆਈਏ। ਕੁਝ ਸਿੱਖ ਇਹ ਵਿਚਾਰ ਕਰਕੇ ਚਲੇ ਗਏ, ਕੁਝ ਉੱਥੇ ਖੜੇ ਰਹੇ, ਕਹਿੰਦੇ ਨਾ ਭਾਈ ਸਤਿਗੁਰੂ ਪਾਤਸ਼ਾਹ ਜੀ ਡਾਂਟਣਗੇ, ਗੁੱਸੇ ਹੋਣਗੇ ਸਤਿਗੁਰੂ ਮਹਾਰਾਜ। ਜਿਹੜੇ ਸਿੱਖ ਚਲੇ ਗਏ ਉਹ ਉੱਥੇ ਜਾ ਕਰਕੇ ਵੀ ਫਿਰ ਪਛਤਾਉਂਦੇ ਸੀ, ਕਹਿੰਦੇ ਕਿਤੇ ਸਤਿਗੁਰੂ ਪਾਤਸ਼ਾਹ ਨੂੰ ਨਾ ਪਤਾ ਲੱਗ ਜਾਵੇ, ਮਹਾਰਾਜ ਉੱਠ ਨਾ ਜਾਣ। ਧਿਆਨ ਉਹਨਾਂ ਦਾ ਫੇਰ ਸਤਿਗੁਰੂ ਪਾਤਸ਼ਾਹ ਦੇ ਵੱਲ ਸੀ। ਜਿਹੜੇ ਉੱਥੇ ਖੜੇ ਸੀ ਉਹਨਾਂ ਨੂੰ ਇਹ ਸੀ ਕਿ ਉਹ ਚੱਲ ਗਏ, ਉਹਨਾਂ ਵੇਖ ਆਉਣੀ ਆ, ਅਸੀਂ ਵੀ ਜਾ ਕੇ ਵੇਖ ਆਉਣਾ ਸੀ, ਅਸੀਂ ਵੀ ਰਾਸ ਪੈਂਦੀ ਵੇਖ ਲੈਣੀ ਸੀ, ਖੇਡ ਪੈਂਦੀ। ਉਹ ਇਹੋ ਹੀ ਸੋਚਦੇ ਰਹੇ ਤੇ ਜਿਹੜੇ ਉੱਥੇ ਪਹੁੰਚੇ ਸੀ ਉਹ ਸਦਾ ਇਹੋ ਹੀ ਸੋਚਦੇ ਰਹੇ ਕਿ ਮਹਾਰਾਜ ਸਤਿਗੁਰੂ ਜੀ ਹੁਣ ਪਤਾ ਨਹੀਂ ਉੱਠ ਗਏ ਹੋਣੇ ਐ, ਸਤਿਗੁਰੂ ਮਹਾਰਾਜ ਵਿਰਾਜੇ ਹੋਣੇ ਐ। ਉਹਨਾਂ ਦਾ ਧਿਆਨ ਗੁਰੂ ਪਾਤਸ਼ਾਹ ਦੇ ਵੱਲ ਹੀ ਰਿਹਾ। ਦੂਜੇ ਦਿਨ ਕਹਿੰਦੇ ਸੰਗਤ ਦੇ ਵਿੱਚ ਸਤਿਗੁਰਾਂ ਨੇ ਫਿਰ ਜਦੋਂ ਉਠਾ ਕੇ ਪੁੱਛਿਆ, ਮਹਾਰਾਜ ਸਤਿਗੁਰਾਂ ਨੇ ਫਿਰ ਆਖਿਆ ਕਿ ਭਾਈ ਇਹ ਹਾਜ਼ਰ ਸੀ ਤੇ ਇਹ ਗੈਰ ਹਾਜ਼ਰ। ਜਿਹੜੇ ਉੱਥੇ ਖੜੇ ਸੀ ਮਹਾਰਾਜ ਕਹਿੰਦੇ ਤੁਸੀਂ ਭਾਈ ਗੈਰ ਹਾਜ਼ਰ ਸੀ, ਤੇ ਜਿਹੜੇ ਖੇਡ ਦੇਖਣ ਗਏ ਸੀ ਉਹਨਾਂ ਨੂੰ ਸਤਿਗੁਰੂ ਪਾਤਸ਼ਾਹ ਕਹਿੰਦੇ ਭਾਈ ਤੁਸੀਂ ਹਾਜ਼ਰ ਸੀ। ਤੇ ਗੈਰ ਹਾਜ਼ਰ ਜਿਨ੍ਹਾਂ ਨੂੰ ਕਿਹਾ ਉਹਨਾਂ ਪੁੱਛਿਆ ਮਹਾਰਾਜ ਅਸੀਂ ਤੇ ਉੱਥੇ ਖੜੇ ਸੀ, ਇਹ ਤੇ ਫਿਰ ਵੀ ਖੇਡ ਦੇਖਣ ਗਏ ਸੀ। ਤੇ ਪਾਤਸ਼ਾਹ ਮਹਾਰਾਜ ਕਹਿੰਦੇ ਭਾਈ ਇਹ ਭਾਵੇਂ ਗਏ ਸੀ ਪਰ ਇਹਨਾਂ ਦਾ ਮਨ ਜੋ ਸੀ ਨਾ ਉਹ ਸਾਡੇ ਵਿੱਚ ਸੀ। ਤੁਸੀਂ ਸਾਡੇ ਕੋਲ ਖੜ ਕੇ ਵੀ ਤੁਸਾਂ ਦਾ ਮਨ ਜਿਹੜਾ ਸੀ ਉਹ ਖੇਡ ਦੇ ਵਿੱਚ ਲੱਗਾ ਹੋਇਆ ਸੀ। ਇਉਂ ਕਈ ਵਾਰ ਕਿੰਨੇ ਦੂਰ ਰਹਿ ਕਰਕੇ ਵੀ ਕਈਆਂ ਦਾ ਮਨ ਸਤਿਗੁਰਾਂ ਦੇ ਵਿੱਚ ਲੱਗਾ ਹੁੰਦਾ ਹੈ ਕਿ ਦੂਰ। ਇਹਦਾ ਅਰਥ ਸਤਿਗੁਰੂ ਪਾਤਸ਼ਾਹ ਕਹਿੰਦੇ ਭਾਈ ਕਈ ਪਾਤਸ਼ਾਹ ਤੋਂ ਦੂਰ ਰਹਿ ਕੇ ਵੀ ਨਾ ਸਤਿਗੁਰਾਂ ਦੇ ਵਿੱਚ ਇਕਮਿਕ ਹੋਏ ਹੁੰਦੇ ਆ। ਜਿਵੇਂ ਸਪਤਮ ਪਾਤਸ਼ਾਹ ਜੀ ਦਾ ਸਿੱਖ ਭਾਈ ਗੋਂਦਾ ਜੀ ਹੋਇਆ, ਕਾਬਲ ਦੇ ਵਿੱਚ ਭਾਵੇਂ ਬੜੀ ਦੂਰ ਬੈਠਾ ਕੀਰਤਪੁਰ ਸਾਹਿਬ ਤੋਂ, ਪਰ ਜਦੋਂ ਐਸਾ ਧਿਆਨ ਜੋੜਿਆ ਸਤਿਗੁਰਾਂ ਦੇ ਅਦ੍ਰਿਸ਼ ਰੂਪ ਹੋ ਕਰਕੇ ਚਰਨ ਪਕੜ ਲਏ ਤੇ ਮਹਾਰਾਜ ਜੀ ਨੂੰ ਇਧਰ ਦੀਵਾਨ ਦੇ ਵਿੱਚ ਉੱਠਣ ਹੀ ਨਾ ਦਿੱਤਾ। ਐਸੀ ਪ੍ਰੇਮਾ ਭਗਤੀ ਦੀਆਂ ਬੇੜੀਆਂ ਦੇ ਵਿੱਚ ਜਕੜ ਲਿਆ। ਸਤਿਗੁਰੂ ਮਹਾਰਾਜ ਸ਼ਾਮਾਂ ਤੱਕ ਇੱਕ ਸਮਾਧ ਦੇ ਵਿੱਚ ਹੀ ਬੈਠੇ ਰਹੇ। ਸਾਖੀ ਇਤਿਹਾਸ ਆਪ ਜੀ ਨੂੰ ਭਲੀ ਪ੍ਰਕਾਰ ਪਤਾ ਹੈ। ਲਾਂਗਰੀ ਵੀ ਆਇਆ, ਸਤਿਗੁਰੂ ਮਹਾਰਾਜ ਨਾ ਉੱਠ ਕੇ ਗਏ। ਬਾਅਦ ਵਿੱਚ ਪੁੱਛਣ ਤੇ ਸਤਿਗੁਰਾਂ ਨੇ ਦੱਸਿਆ ਕਿ ਭਾਈ ਸਾਡੇ ਗੁਰਸਿੱਖ ਨੇ ਕਾਬਲ ਦੇ ਵਿੱਚ ਉਹਨੇ ਐਸਾ ਧਿਆਨ ਜੋੜਿਆ ਕਿ ਸਾਡੇ ਅਦ੍ਰਿਸ਼ ਹੋ ਕਰਕੇ ਚਰਨ ਪਕੜ ਲਏ ਸੀ। ਦੂਰ ਹੋ ਕੇ ਵੀ ਮਨ ਸਤਿਗੁਰਾਂ ਵਿੱਚ ਜੁੜਿਆ ਰਹਿ ਸਕਦਾ ਹੈ। ਇਵੇਂ ਕਹਿੰਦੇ ਭਾਈ ਸੱਚੇ ਪਾਤਸ਼ਾਹ ਦੇ ਕੁਝ ਸਿੱਖ ਨੇੜੇ ਵੀ ਰਹਿੰਦੇ ਸੀ ਪਰ ਕੁਝ ਦੂਰ ਰਹਿੰਦੇ ਸੀ। ਕੁਝ ਆਪਣੇ ਕਰਮਾਂ ਕਰਕੇ ਉਹਨਾਂ ਨੂੰ ਵੱਖਰੀ ਵੱਖਰੀ ਸੇਵਾ ਲੱਗੀ ਹੁੰਦੀ ਸੀ, ਉਹਨਾਂ ਨੂੰ ਕਰਮੀ ਪਾਇਆ ਗਿਆ ਸੀ।
ਪਰ ਕਹਿੰਦੇ ਉਹਨਾਂ ਦਾ ਵੀ ਮਨ ਸਤਿਗੁਰੂ ਪਾਤਸ਼ਾਹ ਦੇ ਵਿੱਚ ਰਚਿਆ ਸੀ। ਜਿਨੀ ਨਾਮ ਧਿਆਇਆ ਕਹਿੰਦੇ ਭਾਈ ਜਿਨ੍ਹਾਂ ਨੇ ਗੁਰੂ ਨਾਨਕ ਦੇ ਪਾਤਸ਼ਾਹ ਜੀ ਦਾ ਨਾਮ ਧਿਆਇਆ ਹੈ, ਗਏ ਮਸਕਤ ਕਾਲ ਉਹ ਮਸਕਤਾਂ ਕਾਲ ਕਰਕੇ, ਕਾਲ ਕਮਾਈਆਂ ਕਰਕੇ ਜਗਤ ਉੱਪਰੋਂ ਗਏ ਹਨ। ਨਾਨਕ ਤੇ ਮੁਖ ਉਜਲੇ ਉਹਨਾਂ ਦੇ ਮੁਖ ਸੱਚੇ ਪਾਤਸ਼ਾਹ ਕਹਿੰਦੇ ਭਾਈ ਪਰਲੋਕ ਦੇ ਵਿੱਚ ਉਜਲੇ ਹੋ ਜਾਂਦੇ ਐ। ਜਗਤ ਦੇ ਵਿੱਚ ਵੀ ਉਜਲ ਮੁਖ ਵਾਲੇ, ਪਰਲੋਕ ਵਿੱਚ ਵੀ ਉਜਲ ਮੁਖ ਵਾਲੇ ਹਨ। ਕੀਤੀ ਛੁੱਟੀ ਨਾਲ ਐਸੇ ਗੁਰੂ ਨਾਨਕ ਸਾਹਿਬ ਦੇ ਨਾਲ ਗੁਰੂ ਅੰਗਦ ਦੇ ਪਾਤਸ਼ਾਹ ਕਹਿੰਦੇ ਕਿੰਨੇ ਹੀ ਸਿੱਖ ਗੁਰਸਿੱਖ ਮਿਲੇ, ਮਿਲਾਪ ਹੋਇਆ, ਕਿੰਨੇ ਹੀ ਰਹੇ। ਕਿੰਨਿਆਂ ਦੀ ਸਤਿਗੁਰੂ ਪਾਤਸ਼ਾਹ ਨੇ ਜਗਤ ਤੋਂ ਛੁੱਟੀ ਕਰ ਦਿੱਤੀ, ਛੁਟਕਾਰਾ ਕਰ ਦਿੱਤਾ ਉਹਨਾਂ ਨੂੰ, ਜਗਤ ਦੇ ਮੋਹ ਤੋਂ ਉਹਨਾਂ ਨੂੰ ਦੂਰ ਕਰ ਦਿੱਤਾ। ਇਹ ਮਹਾਂਪੁਰਖ ਅਰਥ ਕਰਦੇ ਆ ਕਿ ਤੋਂ ਭਾਵ ਕਿੰਨੇ ਹੀ ਜਨਮਾਂ ਦੀ, 30 ਤੋਂ ਭਾਵ ਮਾਇਆ, ਜਿਹੜੀ ਕਿੰਨੇ ਜਨਮਾਂ ਦੀ ਮਾਇਆ ਇਸ ਜੀਵ ਨੂੰ ਚਿੰਬੜੀ ਹੋਈ ਹੈ, ਉਹਨੂੰ ਸਤਿਗੁਰੂ ਪਾਤਸ਼ਾਹ ਨੇ ਉਹਦੀ ਛੁੱਟੀ ਕਰ ਦਿੱਤੀ, ਉਸ ਮਾਇਆ ਤੋਂ ਛੁਟਕਾਰਾ ਦਿਵਾ ਦਿੱਤਾ। ਤੇ ਫਿਰ ਸਿੱਖਾਂ ਦੇ ਬਾਬਤ ਕੀ ਉਪਦੇਸ਼ ਹੈ? ਤੇ ਸਿੱਖਾਂ ਨੂੰ ਕਹਿੰਦੇ ਜੇਕਰ ਪਰਮੇਸ਼ਰ ਬ੍ਰਹਮ ਦੀ ਪ੍ਰਾਪਤੀ ਚਾਹੀਦੀ ਹੋਵੇ ਤੇ ਕਰਮੀ ਜਿਹੜਾ ਪੁਰਸ਼ ਹੈ, ਕਰਮਾਂ ਨੂੰ ਕਰਨ ਵਾਲਾ, ਜਿਵੇਂ ਪਾਠ ਕਰਨ ਵਾਲੇ ਨੂੰ ਪਾਠੀ ਕਹਿ ਦਿੱਤਾ ਜਾਂਦਾ ਹੈ, ਐਵੇਂ ਕਰਮ ਕਰਨ ਵਾਲੇ ਨੂੰ ਕਰਮੀ ਕਿਹਾ ਜਾਂਦਾ ਹੈ। ਕਰਮ ਕਰਨ ਵਾਲਾ ਜਿਹੜਾ ਕਹਿੰਦੇ ਪੁਰਸ਼ ਹੈ, ਉਹ ਆਪਣੀ ਨੂੰ ਸੰਧੀ ਛੇਦ ਜਦੋਂ ਕਰੀਏ ਨਾ, ਆਪਣੀ ਪਣੀ ਕਹਿੰਦੇ ਪਨਾਹ ਨੂੰ, ਸ਼ਰਨ ਨੂੰ, ਉਹ ਕਹਿੰਦੇ ਆਣ ਕੇ ਸਤਿਗੁਰਾਂ ਦੀ ਸ਼ਰਨ ਦੇ ਵਿੱਚ ਪੈ ਜਾਵੇ। ਕਰਮ ਕਰਨ ਵਾਲਾ ਪੁਰਸ਼ ਸਤਿਗੁਰਾਂ ਦੀ ਸ਼ਰਨ ਵਿੱਚ ਆ ਕੇ ਪੈ ਜਾਵੇ ਤੇ ਮਹਾਰਾਜ ਜੀ ਨੂੰ ਫਿਰ ਬੇਨਤੀ ਕਰੇ। ਬੇਨਤੀ ਕੀ ਕਰਨੀ ਹੈ ਕਿ ਮਹਾਰਾਜ ਜੀ ਕੇ ਨੇੜੇ ਕੇ ਦੂਰ, ਜਿਹੜੇ ਮਹਾਰਾਜ ਇਹ ਕਈਆਂ ਜਨਮਾਂ ਦੀ ਮਾਇਆ ਏ ਨੇੜੇ ਜਿਹੜੀ ਆਈ ਹੋਈ ਆ ਸਰੀਰ ਦੇ, ਕੇ ਦੂਰ, ਕਿਹੜੇ ਤਰੀਕੇ ਨਾਲ ਮੈਂ ਹੁਣ ਦੂਰ ਕਰਾਂ? ਬੇਨਤੀ ਦੇ ਸ਼ਬਦ ਸਤਿਗੁਰਾਂ ਨੂੰ ਕਹੀਏ। ਇਉਂ ਮਹਾਂਪੁਰਖਾਂ ਅਰਥ ਕੀਤਾ ਹੈ ਕਿ ਕਿੰਨੇ ਜਨਮਾਂ ਦੀ ਜਿਹੜੀ ਮਾਇਆ ਨੇ ਨੇੜੇ ਆਈ ਹੋਈ ਹੈ, ਕਿ ਦੂਰ, ਕਿਸ ਤਰੀਕੇ ਨਾਲ ਸਤਿਗੁਰੂ ਜੀ ਉਹਨੂੰ ਦੂਰ ਕਰੀਏ, ਕਿਵੇਂ ਸਤਿਗੁਰੂ ਜੀ ਉਸ ਨੂੰ ਦੂਰ ਕਰ ਦਈਏ, ਜਾਂ ਚੰਗਿਆਈਆਂ ਬੁਰਿਆਈਆਂ ਵਾਚੈ, ਚੰਗਿਆਈਆਂ ਨੂੰ ਕਿਵੇਂ ਧਾਰਨ ਕਰੀਏ, ਬੁਰਿਆਈਆਂ ਵਾਚੈ, ਬੁਰਿਆਈਆਂ ਤੋਂ ਸਤਿਗੁਰੂ ਕਿਵੇਂ ਬਚੀਏ, ਕਿਵੇਂ ਸਤਿਗੁਰੂ ਆਪਣਾ ਬਚਾਅ ਕਰ ਲਈਏ। ਤੇ ਉਸ ਵੇਲੇ ਫਿਰ ਸੱਚੇ ਪਾਤਸ਼ਾਹ ਮਹਾਰਾਜ ਗੁਰਸਿੱਖਾਂ ਦੇ ਬਾਬਤ ਉਚਾਰਦੇ ਆ ਕਿ ਭਾਈ ਜਿਹੜਾ ਉਹ ਪਰਮੇਸ਼ਰ ਆ, ਪਵਨ ਕਹਿੰਦੇ ਆ ਸਵਾਸਾਂ ਨੂੰ, ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ, ਐਸਾ ਗੁਰੂ ਜਿਹੜਾ ਪਾਣੀ ਦੀ ਤਰ੍ਹਾਂ ਆਪਣੇ ਗੁਰਸਿੱਖਾਂ ਨੂੰ ਸ਼ੀਤਲ ਸੁਭਾਅ ਬਖਸ਼ਿਸ਼ ਕਰਨ ਵਾਲਾ ਹੈ, ਸਾਰਿਆਂ ਦਾ ਪਿਤਾ ਵੀ ਹੈ, ਮਾਤਾ ਵੀ ਹੈ, ਧੀਰਜ ਧਾਰੀ ਵੀ ਹੈ। ਉਸ ਗੁਰੂ ਨੂੰ ਸਵਾਸ ਸਵਾਸ ਜਪਣਾ ਕਰੋ, ਫੇਰ ਇਹ ਮਾਇਆ ਦੂਰ ਹੋ ਸਕਦੀ ਹੈ। ਪਵਨ ਦਾ ਅਰਥ ਵੱਖਰਾ ਕਰਕੇ ਤੇ ਪਿੱਛੇ ਜਿੰਨੇ ਸ਼ਬਦ ਹੈ ਉਹ ਸਾਰੇ ਗੁਰੂ ਪਾਤਸ਼ਾਹ ਦੇ ਬਾਬਤ ਅਰਥ ਵਿੱਚ ਲਾਉਣੇ। ਤੇ ਪਵਨ ਦਾ ਅਰਥ ਸਵਾਸ ਕਰਨਾ, ਗੁਰੂ ਦਾ ਭਾਈ ਸਵਾਸ ਸਵਾਸ ਸਿਮਰਨ ਕਰੀਏ ਤੇ ਫੇਰ ਭਾਈ ਗੁਰਸਿੱਖੋ ਇਹ ਮਾਇਆ ਦੂਰ ਹੋ ਸਕਦੀ ਹੈ। ਇਹ ਤੇ ਆਦਿਕ ਸਤਿਗੁਰਾਂ ਨੇ ਗੁਰਸਿੱਖਾਂ ਨੂੰ ਮਾਇਆ ਤੋਂ ਬਚਣ ਦਾ ਢੰਗ, ਬੁਰਾਈਆਂ ਤੋਂ ਬਚਣ ਦਾ ਢੰਗ ਦੱਸਿਆ। ਤੇ ਫੇਰ ਕਹਿੰਦੇ ਗੁਰੂ ਕਿਹੋ ਜਿਹਾ ਹੈ, ਉਹ ਪਰਮੇਸ਼ਰ ਕਿਸ ਤਰ੍ਹਾਂ ਦਾ ਹੈ, ਉਹ ਵੀ ਸਤਿਗੁਰੂ ਪਾਤਸ਼ਾਹ ਜੀ ਦੱਸਦੇ ਹਨ। ਦੁਆਰੇ ਪੜੋ ਜੀ। ਸ਼ਲੋਕ ਪਾਵਨ ਗੁਰੂ ਪਾਣੀ ਪਿਤਾ, ਗੁਰੂ ਭਾਈ ਪਾਉਣ ਦੀ ਤਰ੍ਹਾਂ ਹੈ, ਗੁਰੂ ਪਾਣੀ ਦੀ ਤਰ੍ਹਾਂ ਹੈ, ਗੁਰੂ ਪਿਤਾ ਵੀ ਹੈ, ਗੁਰੂ ਮਾਤਾ ਵੀ ਹੈ। ਮਹੱਤ ਉਹ ਸਾਰਿਆਂ ਤੋਂ ਵੱਡਾ ਹੈ, ਉਸ ਤੋਂ ਵੱਡਾ ਕੋਈ ਨਹੀਂ ਹੈ। ਜਿਵੇਂ ਆਪਾਂ ਵਚਨ ਪੜ੍ਹਦੇ ਹਾਂ, ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਰ ਰਾਖੀ ਮੇਰੀ, ਐਸੇ ਸਤਿਗੁਰੂ ਸਾਰਿਆਂ ਤੋਂ ਵੱਡੇ ਸਰੂਪ ਹੈ। ਮਹਾਰਾਜ ਸਤਿਗੁਰੂ ਦਾ ਭਾਈ ਵੱਡਾ ਜਾਣ ਕਰਕੇ ਸਤਿਗੁਰਾਂ ਦਾ ਜਾਪ ਕਰੋ। ਮਾਤਾ ਧਰਤ ਮਹਤ, ਮਹਤ ਉਹ ਭਾਈ ਸਤਿਗੁਰੂ ਵੱਡੇ ਹਨ। ਦਿਵਸ ਰਾਤ ਦੋਇ ਦਾਈ ਦਾਇਆ, ਹਾਂਜੀ ਦਿਨ ਤੇ ਰਾਤ ਦੇ ਵਿੱਚ ਜਿਹੜੇ ਜਗਤ ਨੂੰ ਖਿਡਾਉਣ ਵਾਲੇ ਦਾਈ ਤੇ ਦਾਇਆ ਬਣੇ ਹੋਏ ਹੈ। ਦਿਨ ਰਾਤ ਜਗਤ ਦੇ ਦਾਈ ਦਾਇਆ ਨੇ। ਇਸ ਦਾਈ ਦਾਇਆ ਬਣ ਕਰਕੇ ਇਹਨਾਂ ਨੂੰ ਵੀ ਪ੍ਰਕਾਸ਼ਮਾਨ ਕਰਨ ਵਾਲਾ ਉਹ ਪਰਮੇਸ਼ਰ ਹੈ। ਦਿਨ ਤੇ ਰਾਤ ਵੀ ਉਸ ਪ੍ਰਭੂ ਨੇ ਬਣਾਏ ਹਨ ਤੇ ਕਹਿੰਦੇ ਉਹ ਪ੍ਰਭੂ ਹੀ ਇਹਨਾਂ ਨੂੰ ਬਣਾਉਣ ਵਾਲਾ ਹੈ। ਬਣਾ ਕਰਕੇ ਫਿਰ ਇਸ ਦੇ ਵਿੱਚ ਜੀਵਾਂ ਨੂੰ ਪੈਦਾ ਕਰਨ ਵਾਲਾ ਹੈ। ਸਾਰਾ ਪ੍ਰਕਾਸ਼ ਕਰਨ ਵਾਲਾ ਉਹ ਭਾਈ ਪਰਮੇਸ਼ਰ ਹੈ। ਖੇਲੈ ਸਗਲ ਜਗਤ, ਸਾਰਾ ਜਗਤ ਫਿਰ ਇਸ ਖੇਡ ਦੇ ਵਿੱਚ ਖੇਲ ਰਿਹਾ ਹੈ।
ਮਹਾਰਾਜ ਨੇ ਐਸੀ ਇਹ ਖੇਡ ਬਣਾ ਦਿੱਤੀ ਹੈ, ਜਾਂ ਗੁਰਮੁਖਾਂ ਦੇ ਹਿਰਦੇ ਦੇ ਵਿੱਚ ਫਿਰ ਇਹ ਗਿਆਨ ਪਾਤਸ਼ਾਹ ਪਾ ਦਿੰਦੇ ਆ ਕਿ ਭਾਈ ਸਾਰਾ ਜਗਤ ਖੇਡਾਂ ਖੇਡ ਰਿਹਾ, ਇਹਨਾਂ ਤੋਂ ਬਚ ਕੇ ਰਹਿਣਾ। ਜਾਂ ਗੁਰਮੁਖਾਂ ਨੂੰ ਐਸਾ ਗਿਆਨ ਦੇ ਦਿੰਦੇ ਆ, ਖੇ ਤੋਂ ਭਾਵ ਚਿਰਾ ਪਾਸ ਉਹ ਪਰਮੇਸ਼ਰ ਦੀ ਚੇਤਨ ਸੱਤਾ, ਲੈ ਤੋਂ ਭਾਵ ਲੀਨ ਕਰ ਦੇਣਾ। ਸਗਲ ਜਗਤ ਸਾਰੇ ਜਗਤ ਨੂੰ ਪਾਤਸ਼ਾਹ ਪ੍ਰਭੂ ਮਹਾਰਾਜ ਜੀ ਉਸ ਪਰਮੇਸ਼ਰ ਦੀ ਜੋਤ ਦੇ ਵਿੱਚ ਲੀਨ ਕਰ ਦਿੰਦੇ ਹਨ। ਚੰਗੇ ਆਈਆ ਬੁਰੇ ਆਈਆ ਤੇ ਜਿਹੜੇ ਚੰਗੇ ਤੇ ਮਾੜੇ ਕਰਮ ਹਨ, ਵਾਚੈ ਧਰਮ ਹਜੂਰ। ਮਹਾਰਾਜ ਸੱਚੇ ਪਾਤਸ਼ਾਹ ਜੀ ਉਹਨਾਂ ਤੋਂ ਬਚਣ ਦਾ ਧਰਮ ਦਾ ਉਪਦੇਸ਼ ਦਿੰਦੇ ਹੈ। ਹਜ਼ੂਰੀ ਦੇ ਵਿੱਚ ਬੁਲਾ ਕਰਕੇ ਧਰਮ ਦਾ ਉਪਦੇਸ਼ ਦੇ ਕਰਕੇ ਚੰਗਿਆਈਆਂ ਦ੍ਰਿੜ ਕਰਾਉਂਦੇ ਹੈ ਤੇ ਬੁਰਾਈਆਂ ਤੋਂ ਬਚਣ ਦਾ ਉਪਦੇਸ਼ ਦਿੰਦੇ ਹਨ। ਕਰਮੀ ਆਪੋ ਆਪਣੀ, ਤੇ ਉਹ ਪਰਮੇਸ਼ਰ ਪ੍ਰਾਪਤ ਕਰਨ ਲਈ ਆਪੋ ਆਪਣੀ ਜਿਹੜੀ ਭਾਈ ਕਰਮੀ ਹੈ, ਕਰਮ ਕਰਨ ਵਾਲਾ ਜਿਹੜਾ ਭਾਈ ਪੁਰਸ਼ ਹੈ। ਕੇ ਨੇੜੇ ਕੇ ਦੂਰ, ਹਾਂਜੀ ਉਹ ਕੇ ਨੇੜੇ ਆਪਣੀ ਕਰਮੀ ਕਰਕੇ ਕਹਿੰਦੇ ਹੁਣ ਕਿਸ ਨੂੰ ਕਹੀਏ, ਕਿਉਂਕਿ ਭਗਤ ਕਬੀਰ ਸਾਹਿਬ ਨੇ ਜਿਸ ਤਰ੍ਹਾਂ ਕਹਿ ਦਿੱਤਾ ਹੈ ਕਿ ਕਹਿ ਕਬੀਰ ਹੋ ਰਾਮ ਕੀ ਅੰਸ਼, ਜਾਂ ਰਾਮ ਕਬੀਰਾ ਏਕ ਭਏ ਹੈ ਕੋਈ ਨਾ ਸਕੈ ਪਛਾਨੀ। ਹੁਣ ਕਹਿੰਦੇ ਕਿਹਨੂੰ ਕਹੀਏ, ਸਾਰੇ ਹੀ ਨਾਮ ਜਪਣ ਵਾਲੇ ਪਰਮੇਸ਼ਰ ਦੇ ਵਿੱਚ ਭੇਦ ਹੋ ਗਏ। ਇਹ ਤੇ ਨਹੀਂ ਨਾ ਕਹਿ ਸਕਦੇ ਕਿ ਇਹ ਸਾਧੂ ਪਰਮੇਸ਼ਰ ਦੇ ਇੰਨਾ ਕੁ ਨੇੜੇ ਹੈ, ਇਹ ਸਾਧੂ ਇੰਨਾ ਕੁ ਦੂਰ ਹੈ। ਕੇ ਨੇੜੇ ਹੈ, ਕਿਹੜਾ ਕਿੰਨਾ ਨੇੜੇ ਹੈ, ਕੇ ਦੂਰ ਕਿਹੜਾ ਕਿੰਨਾ ਦੂਰ ਹੈ, ਕੁਝ ਨਹੀਂ ਕਹਿੰਦੇ ਕਹਿ ਸਕਦੇ। ਉਹ ਨਾਮ ਜਪ ਕਰਕੇ ਸਾਧੂ ਜਨ ਪਰਮੇਸ਼ਰ ਦਾ ਹੀ ਰੂਪ ਹੋ ਗਏ ਹੈ। ਉਹਨਾਂ ਦੀ ਕਰਨੀ ਦੇ ਵਿੱਚ ਫਰਕ ਹੋ ਸਕਦਾ, ਪਰ ਕਹਿੰਦੇ ਹੁਣ ਇਹ ਨਹੀਂ ਦੱਸ ਸਕਦੇ ਕਿ ਇਹ ਪਰਮੇਸ਼ਰ ਦੇ ਨੇੜੇ ਹੈ ਤੇ ਇਹ ਪਰਮੇਸ਼ਰ ਤੋਂ ਥੋੜਾ ਜਿਹਾ ਦੂਰ ਹੈ। ਇਹ ਕੁਝ ਵੀ ਕਹਿੰਦੇ ਅਨੁਮਾਨ ਨਹੀਂ ਹੁਣ ਲਗਾਇਆ ਜਾ ਸਕਦਾ ਕਿ ਕਿੰਨਾ ਨੇੜੇ ਹੈ, ਕਿ ਕਿੰਨਾ ਦੂਰ ਹੈ। ਇਹ ਕੁਝ ਵੀ ਭਾਈ ਅਨੁਭਵ ਨਹੀਂ ਹੈ। ਜਿਨੀ ਨਾਮ ਧਿਆਇਆ, ਇਹ ਅੰਤ ਕਹਿੰਦੇ ਭਾਈ ਇਸ ਤਰ੍ਹਾਂ ਹੈ, ਜਿਨ੍ਹਾਂ ਨੇ ਨਾਮ ਧਿਆ ਲਿਆ ਹੈ, ਪਰਮੇਸ਼ਰ ਨੂੰ ਜਪ ਲਿਆ ਹੈ। ਗਏ ਮਸਕਤ ਕਾਲ, ਉਹ ਮਸਕਤਾਂ ਕਾਲ ਕਰਕੇ, ਕਾਲ ਕਮਾਈਆਂ ਕਰਕੇ, ਸਤਿਗੁਰੂ ਪਾਤਸ਼ਾਹ ਜੀ ਦੀ ਸੇਵਾ ਕਰਕੇ, ਮਹਾਰਾਜ ਜੀ ਦੇ ਨਾਮ ਦੀ ਕਾਲ ਕਮਾਈ ਕਰਕੇ, ਨਾਨਕ ਤੇ ਮੁਖ ਉਜਲੇ। ਐਸੇ ਗੁਰਮੁਖ ਜਨਾਂ ਦੇ ਸਦਾ ਮੁਖ ਉਜਲੇ ਹੋ ਜਾਂਦੇ ਹੈ, ਜਿਹੜੇ ਪਰਮੇਸ਼ਰ ਦਾ ਨਾਮ ਜਪਦੇ ਹੈ, ਸਤਿਗੁਰੂ ਪਾਤਸ਼ਾਹ ਜੀ ਦੇ ਸੇਵਾ ਕਰਦੇ ਆ, ਕਾਲ ਕਮਾਈ ਕਰਦੇ ਹਨ। ਕੀਤੀ ਛੁੱਟੀ ਨਾਲ, ਹਾਨੀ ਕੇ ਕਿੰਨੇ ਜਨਮਾਂ ਦੀ ਟੀ ਮਾਇਆ ਜਿਹੜੀ ਨਾਲ ਲੱਗੀ ਹੋਈ ਹੈ ਜੀਵ ਦੇ। ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸਿਆ ਹੋ। ਐਸੀ ਜਨਮਾਂ ਜਨਮਾਂਤਰਾਂ ਦੀ ਜਿਹੜੀ ਮੈਲ ਲੱਗੀ ਹੋਈ ਹੈ ਮਨ ਨੂੰ, ਸਤਿਗੁਰੂ ਪਾਤਸ਼ਾਹ ਜੀ ਦੇ ਭਾਈ ਜਿਨ੍ਹਾਂ ਨੇ ਨਾਮ ਜਪਿਆ ਤੇ ਮਹਾਰਾਜ ਸਤਿਗੁਰੂ ਕਹਿੰਦੇ ਉਹਨਾਂ ਤੋਂ ਮਾਇਆ ਤੋਂ ਸਤਿਗੁਰੂ ਪਾਤਸ਼ਾਹ ਨੇ ਉਹਨਾਂ ਦਾ ਛੁਟਕਾਰਾ ਕਰਾ ਦਿੱਤਾ ਹੈ, ਛੁੱਟੀ ਕਰਵਾ ਦਿੱਤੀ ਹੈ, ਉਹਨਾਂ ਨੂੰ ਛੁਡਾ ਦਿੱਤਾ ਹੈ। ਇਹ ਸਤਿਗੁਰੂ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਨੇ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕੀਤਾ ਹੈ। ਇੱਥੇ ਸਾਧ ਸੰਗਤ ਜਪਜੀ ਸਾਹਿਬ ਦੀ ਬਾਣੀ ਦੀ ਸਮਾਪਤੀ ਹੈ। ਮਹਾਰਾਜ ਕਿਰਪਾ ਕਰਨ, ਐਸੀ ਇਹ ਬ੍ਰਹਮ ਦੀ ਦਾਤੀ ਬਾਣੀ, ਐਸੇ 4 ਮਹਾਵਾਕਾਂ ਦੇ ਸਮੂਹ ਗਿਆਨ ਨੂੰ ਦੇਣ ਵਾਲੀ ਜਿਹੜੀ ਬਾਣੀ ਹੈ, ਸਤਿਗੁਰੂ ਕਿਰਪਾ ਕਰਨ ਇਸ ਬਾਣੀ ਦਾ ਜਾਪ ਬਖਸ਼ਣਾ, ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ। ਸਤਿਗੁਰੂ ਮਹਾਰਾਜ ਅਤੇ ਮਹਾਰਾਜ ਜੀ ਦੀ ਖਾਲਸਾ ਸਾਧ ਸੰਗਤ ਬਖਸ਼ਣਹਾਰ ਹੈ, ਬਖਸ਼ ਲੈਣਾ, ਅਗਾਹ ਤੋਂ ਸਮਤ ਬਖਸ਼ਣੀ। ਹੁਣ ਇੱਥੇ ਹੀ ਭਾਈ 2 ਪੰਕਤੀਆਂ ਪੜ੍ਹ ਕਰਕੇ ਸਮਾਪਤੀ ਹੈ। ਲੇਖਕ ਤਹ ਨਾ ਛੂਟੀ ਹੈ, ਖਿਨ ਖਿਨ ਭੁੱਲਣਹਾਰ, ਬਖਸ਼ਣਹਾਰ ਬਖਸ਼ ਲੈ, ਨਾਨਕ ਪਾਰ ਉਤਾਰ। ਜਿਨੀ ਨਾਮ ਧਿਆਇਆ, ਗਏ ਮਸਕਤ ਕਾਲ। ਨਾਨਕ ਤੇ ਮੁਖ ਉਜਲੇ, ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ